ਲੋਕ ਸੂਬਾ ਤੇ ਸਿਆਸਤ ਇਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਮਦਨਦੀਪ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਪੰਜਾਬ ਦਾ ਮਾਹੌਲ ਕੌਣ ਖਰਾਬ ਕਰਨਾ ਚਾਹੁੰਦਾ ਹੈ ਤੇ ਕਿਉਂ ਖਰਾਬ ਕਰਨਾ ਚਾਹੁੰਦਾ, ਇੱਕ ਵੱਡਾ ਸਵਾਲ ਹੈ। ਔਰ ਵਾਰ-ਵਾਰ ਸਾਨੂੰ ਖੁਫੀਆ ਏਜੰਸੀਆਂ ਅਲਰਟ ਭੇਜ ਰਹੀਆਂ, ਸਰਕਾਰ ਨੂੰ ਅਲਰਟ ਭੇਜ ਰਹੀਆਂ ਕਿ ਪੰਜਾਬ ਦੇ ਵਿੱਚ ਫਿਰ ਗੈਂਗਵਾਰ ਹੋ ਸਕਦੀ ਹੈ। ਕਿਉਂ ਗੈਂਗਵਾਰ ਹੋ ਸਕਦੀ, ਕਿਉਂ ਵਾਰ-ਵਾਰ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ। ਜਾਂ ਸਭ ਤੋਂ ਖਤਰਨਾਕ ਗੱਲ ਇਹ ਆ ਕਿ ਪੰਜਾਬ ਦੇ ਆਪਣੇ ਬੱਚੇ ਆਪਣੇ ਸੂਬੇ ਦੇ ਦੁਸ਼ਮਣ ਕਿਉਂ ਬਣੇ ਹੋਏ ਹੈ। ਇਹਦੇ ਪਿੱਛੇ ਕੀ ਸਾਜ਼ਿਸ਼ ਹੈ, ਇਹਦੇ ਪਿੱਛੇ ਕੀ ਕਾਰਨ ਨੇ, ਕਿਉਂ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦੇ ਨੇ, ਇਹਦੇ ਤੇ ਅਸੀਂ ਗੱਲਬਾਤ ਕਰਨੀ ਅੱਜ ਦੇ ਪ੍ਰੋਗਰਾਮ 'ਚ। ਔਰ ਸਾਡੇ ਨਾਲ ਇਸ ਮਸਲੇ ਨੂੰ ਸਮਝਣ ਵਾਲੇ ਵੱਡੇ ਵਿਦਵਾਨ ਜੁੜੇ ਹੋਏ ਨੇ। ਇੱਕ ਸਾਬਕਾ ਡੀਜੀਪੀ ਜੁੜੇ ਹੋਏ ਨੇ। ਪਹਿਲਾਂ ਮੈਂ ਜਾਣ ਪਛਾਣ ਕਰਾਉਣਾ ਆ। ਡਾਕਟਰ RS ਘੁੰਮਣ ਪੰਜਾਬ ਦੇ ਅਰਥਚਾਰੇ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਔਰ ਨੌਜਵਾਨਾਂ ਨੂੰ ਇਸ ਗੁੰਮਰਾਹਕੁਨ ਰਾਹ ਤੋਂ ਕਿਵੇਂ ਮੋੜਿਆ ਜਾ ਸਕਦਾ ਹੈ, ਇਹਦੇ ਬਾਰੇ ਸਾਨੂੰ ਦੱਸਣਗੇ। ਡਾਕਟਰ ਮਨਜੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਦੇ ਨਾਂ 'ਤੇ ਅਸੀਂ ਇਹਨਾਂ ਨੂੰ ਮਸ਼ਹੂਰ ਕੀਤਾ ਹੋਇਆ। ਪ੍ਰੋਫੈਸਰ ਮਨਜੀਤ ਸਿੰਘ ਪੰਜਾਬ ਦੀ ਸਿਆਸਤ, ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬ ਦੇ ਭਾਈਚਾਰੇ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਸਾਨੂੰ ਦੱਸਣਗੇ ਕਿ ਇਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਕਿਵੇਂ ਵਿਗੜੀ। ਅਤੇ ਸਾਨੂੰ ਸ਼ਸ਼ੀ ਕਾਂਤ ਜੀ, ਸਾਬਕਾ ਸਾਡੇ DGP ਸੂਬੇ ਦੇ ਰਹੇ ਆ ਪੰਜਾਬ ਪੁਲਿਸ ਦੇ, ਇਹ ਦੱਸਣਗੇ ਕਿ ਗੁੰਮਰਾਹ ਹੋਏ ਮੁੰਡਿਆਂ ਨੂੰ ਵਾਪਸ ਕਿਵੇਂ ਲਿਆਂਦਾ ਜਾ ਸਕਦਾ ਜਾਂ ਉਹ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਇਹਨਾਂ ਨੂੰ ਪੁੱਠੇ ਰਾਹ ਤੋਰ ਰਹੀਆਂ ਨੇ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਹਾਂ, ਮੈਂ ਸ਼ੁਰੂ ਕਰਾਂਗਾ ਸਭ ਤੋਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਤੋਂ। ਪ੍ਰੈਸ ਸਾਹਿਬ, ਨਵਾਂ ਅਲਰਟ ਆਇਆ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ, ਪਹਿਲਾਂ ਜਦੋਂ ਅਲਰਟ ਆਇਆ ਸੀ ਖੁਫੀਆ ਏਜੰਸੀਆਂ ਦਾ, ਜਦੋਂ ਸੂਚਿਤ ਕੀਤਾ ਸੀ ਪੰਜਾਬ ਸਰਕਾਰ ਨੂੰ, ਸਿੱਧੂ ਮੂਸੇਵਾਲੇ ਦੀ ਉਸ ਤੋਂ ਬਾਅਦ ਮੌਤ ਹੋ ਜਾਂਦੀ ਹੈ, ਕਤਲ ਕਰਤਾ ਜਾਂਦਾ ਗੈਂਗਸਟਰਾਂ ਵੱਲੋਂ। ਔਰ ਇੱਕ ਵਾਰ ਫਿਰ ਉਸੇ ਤਰ੍ਹਾਂ ਦਾ, ਕਿਉਂਕਿ ਗੈਂਗਸਟਰ ਹਾਲੇ ਵੀ ਸਰਗਰਮ ਨੇ ਪੰਜਾਬ 'ਚ। ਗੋਲਡੀ ਬਰਾੜ ਵਾਰ-ਵਾਰ ਧਮਕੀਆਂ ਭੇਜ ਰਿਹਾ ਕੈਨੇਡਾ ਤੋਂ ਬੈਠਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਸਿੱਧੂ ਮੂਸੇਵਾਲਾ ਜਾਂ ਜਿਹੜੇ ਹੋਰ ਕਤਲ ਹੋਏ ਆ, ਜਿਹੜੇ ਉਹਨਾਂ ਦੇ ਵਿੱਚ ਗਵਾਹ ਨੇ, ਉਹਨਾਂ ਨੂੰ ਪ੍ਰਭਾਵਿਤ ਕਰਨ ਦੇ, ਉਹਨਾਂ ਨੂੰ ਡਰਾਉਣ ਦੇ ਯਤਨ ਕੀਤੇ ਜਾ ਰਹੇ ਆ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੋਈ ਵੱਡੀ ਵਾਰਦਾਤ ਵੀ ਕਰ ਸਕਦੇ ਨੇ। ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣਿਆ ਹੋਇਆ ਪੰਜਾਬ ਦਾ? ਦੇਖੋ ਮਨਦੀਪ ਜੀ, ਇਹ ਹੈ ਤੇ ਬਦਕਿਸਮਤੀ ਵਾਲੀ ਗੱਲ, ਪਰ ਜਿਵੇਂ ਤੁਸੀਂ ਕਹਿੰਦੇ ਕਿ ਪੰਜਾਬ ਦੇ ਨੌਜਵਾਨ ਪੰਜਾਬ ਦੇ ਦੁਸ਼ਮਣ ਕਿਉਂ ਬਣੇ ਆ। ਗੈਂਗਸਟਰ ਕੋਈ ਵੀ ਹੋਣ, ਉਹਨਾਂ ਦਾ ਕੋਈ ਦੇਸ਼ ਨਹੀਂ ਹੁੰਦਾ, ਕੋਈ ਉਹਨਾਂ ਦੇ ਇਸ ਤਰੀਕੇ ਨਾਲ ਰੂਟਸ ਨਹੀਂ ਹੁੰਦੀਆਂ। ਉਹਨਾਂ ਦਾ ਤੇ ਇੱਕ ਮਨਸਾ ਤੇ ਬੜਾ ਨਿਸ਼ਾਨਾ ਸਾਫ਼ ਹੁੰਦਾ ਕਿ ਆਪਣੇ ਗੈਂਗ ਦੀ ਮਸ਼ਹੂਰੀ ਇੰਨੀ ਕਰ ਦੇਣੀ ਆ ਕਿ ਉਹ ਬੜੇ ਫਰੋਸ਼ੀਅਸ ਆ, ਉਹ ਛੱਡਦੇ ਨਹੀਂ, ਉਹ ਤਕੜੇ ਬਹੁਤ ਆ ਔਰ ਉਹਨਾਂ ਨੂੰ ਕੋਈ ਫੜ ਨਹੀਂ ਸਕਦਾ। ਜੇ ਫੜ ਲਊ ਤੇ ਉਹ ਛੁੱਟ ਜਾਂਦੇ ਆ। ਇਸ ਕਿਸਮ ਦਾ ਉਹਨਾਂ ਨੇ ਆਪਣਾ ਲੋਕਾਂ ਦੇ ਵਿੱਚ ਇੱਕ ਇਮੇਜ ਦੇਣਾ ਹੁੰਦਾ, ਇੱਕ ਪਰਸੈਪਸ਼ਨ ਬਣਾਉਣੀ ਹੁੰਦੀ ਹੈ। ਉਹ ਖੋਈ ਗਿਆ ਜੇਲ੍ਹਾਂ ਤੇ ਬੈਠਿਆਂ, ਅੰਦਰੋਂ ਸਾਰੀਆਂ ਪਲਾਨਾਂ ਹੁੰਦੀਆਂ, ਐਗਜ਼ੀਕਿਊਟ ਹੁੰਦੀਆਂ, ਕਤਲ ਹੁੰਦੇ ਆ। ਹੋਰ ਜਿਹੜਾ ਮਾਫੀਆ ਨੂੰ ਬਾਹਰ ਬੈਠੇ ਲੋਕਾਂ ਨੂੰ ਉਹ ਅੰਦਰੋਂ ਬੈਠ ਕੇ ਮਾਫੀਆ ਨੂੰ ਕਿਵੇਂ ਚਲਾਉਣਾ, ਉਹ ਵੀ ਉੱਥੋਂ ਜੇਲ੍ਹਾਂ ਦੇ ਅੰਦਰੋਂ ਚੱਲਦਾ। ਹਾਲਾਂਕਿ ਤੁਹਾਨੂੰ ਪਤਾ ਹੈ, ਆਪਣੇ DGP ਜੇਲ੍ਹਾਂ ਦੇ ਰਹੇ, ਸ਼ਸ਼ੀ ਕਾਂਤ ਜੀ ਦੱਸ ਦੇਣਗੇ ਕਿ ਵੈਸੇ ਕਾਨੂੰਨਨ ਤੌਰ ਤੇ ਕਿੰਨਾ ਜੇਲ੍ਹਾਂ ਦੇ ਵਿੱਚ ਸਖਤੀ ਹੁੰਦੀ ਆ, ਉਹਦੇ ਬਾਵਜੂਦ ਇਹ ਸਾਰਾ ਕੁਝ ਹੁੰਦਾ। ਰੋਜ਼ ਆਉਂਦਾ, ਰੋਜ਼ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਆ। ਇਹ ਦੁੱਖ ਦੀ ਗੱਲ ਆ ਕਿ ਇਸ ਕਿਸਮ ਦਾ ਖੂੰਖਾਰੀ ਇਮੇਜ ਦੇਣਾ, ਆਪਣਾ ਇੱਕ ਅਕਸ਼ ਦੇਣਾ ਲੋਕਾਂ ਦੇ ਵਿੱਚ, ਹੁਣ ਉਹਦੇ ਵਿੱਚ ਕਿਤੇ ਨਾ ਕਿਤੇ ਸਟੇਟ ਵੀ ਉਹਨੂੰ ਸਕਮ ਕਰਦੀ ਆ। ਉਹਨੂੰ ਰੋਕਣ ਦੀ ਜਗ੍ਹਾ, ਉਹਨੂੰ ਥੋੜਾ ਠੋਕਣ ਦੀ ਜਗ੍ਹਾ, ਮੈਂ ਇਹ ਕਹੂੰਗਾ ਉਸ ਗੱਲਾਂ ਨੂੰ ਉਲਟਾ ਜਿਸ ਢੰਗ ਨਾਲ ਹੁਣ ਦਿੱਲੀੋਂ ਫੜ ਕੇ ਆਪਣਾ ਲੈ ਕੇ ਆਏ ਸੀਗੇ ਗੈਂਗਸਟਰ, ਜਿਸ ਢੰਗ ਨਾਲ ਉਹਨੂੰ ਲੈ ਕੇ ਆਏ ਸੀਗੇ, ਐਵੇਂ ਲੱਗਦਾ ਸੀਗਾ ਕਿ ਇਹਦੇ ਨਾਲ ਵੱਡਾ ਤੇ ਕੋਈ ਹੀਰੋ ਕੋਈ ਨਹੀਂ ਹੈਗਾ। ਬੁਲਟ ਪ੍ਰੂਫ ਲਾਰੈਂਸ ਬਿਸ਼ਨੋਈ ਦੀ ਗੱਲ ਕਰ ਰਹੇ ਹੋ ਤੁਸੀਂ? ਬਿਲਕੁਲ। ਚਲੋ ਤੁਸੀਂ ਨਾਂ ਲੈ ਤਾਂ ਚੰਗਾ ਆ। ਤਾਂ ਬੁਲਟ ਪ੍ਰੂਫ ਕਾਰਾਂ, ਫਿਰ 2-3 ਕਾਰਾਂ, ਤਾਂ ਕਿ ਪਤਾ ਨਾ ਚੱਲੇ। ਫਿਰ ਲਾਈਵ ਸਾਰਾ ਕੁਝ ਦਿੱਤਾ ਜਾ ਰਿਹਾ ਮੀਡੀਆ ਵੱਲੋਂ ਕਿ ਹੁਣ ਉਹ ਇੱਥੇ ਪਹੁੰਚ ਗਿਆ, ਹੁਣ ਉਹ ਇੱਥੇ ਪਹੁੰਚ ਗਿਆ। 4-5 ਘੰਟੇ ਦਿੱਲੀ ਦੇ ਵਿੱਚ ਬਹਿਸ ਹੁੰਦੀ ਹੈ ਕਿ ਤੁਸੀਂ ਕਿਤੇ ਇਹਨਾਂ ਦਾ ਵਾਲ ਨਾ ਵਿੰਗਾ ਕਰ ਦਿਓ, ਫਿਰ ਜਾ ਕੇ ਇਹਨਾਂ ਨੂੰ
ਉਹਦੀ ਇਜਾਜ਼ਤ ਦਿੱਤੀ ਜਾਂਦੀ ਆ ਪੰਜਾਬ 'ਚ ਲਿਆਉਣ ਦੀ। ਹੁਣ ਉਹਨਾਂ ਦੇ ਹੀ ਗਾਂ ਕੈਨੇਡਾ 'ਚ ਬੈਠੇ ਹੋਏ ਗੋਲਡੀ ਬਰਾੜ ਜਿਹੜੇ ਆ ਉਹ ਹੁਕਮ ਚਾੜ ਰਿਹਾ ਜਾਂ ਆਪਣੇ ਇੱਥੋਂ ਆਰਡਰ ਚੱਲ ਰਿਹਾ ਕਿ ਇੱਥੇ ਪੰਜਾਬ 'ਚ ਕੀ ਕੁਝ ਹੋ ਸਕਦਾ। ਗਵਾਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜੇ ਗਵਾਹੀ ਦਿੱਤੀ ਤੇ ਖਬਰਦਾਰ ਸਾਡੇ ਨਾਲ ਬੁਰਾ ਕੋਈ ਨਹੀਂ ਹੋਊਗਾ। ਇਹ ਆਪਣੇ ਆਪ 'ਚ ਕਾਫੀ ਝਮੇਲਾ ਆ। ਮੇਰੇ ਨਾਲੋਂ ਜ਼ਿਆਦਾ ਤੇ ਸ਼ਸ਼ੀ ਕਾਂਤ ਜੀ ਸਮਝਦੇ ਹੋਣਗੇ ਕਿਉਂਕਿ ਇਹ ਉਹਨਾਂ ਦੇ ਨਾਲ ਡਾਇਰੈਕਟ ਵਾਹ ਵਾਸਤੇ ਦੇ ਵਿੱਚ ਰਹੇ ਆ, ਕਾਨੂੰਨ ਪੱਖ ਵੀ ਜਾਣਦੇ ਆ। ਸਮਾਜਿਕ ਤੌਰ ਤੇ ਮੈਂ ਇੰਨੀ ਗੱਲ ਹੀ ਕਹੂੰਗਾ, ਹਾਂ ਸਮਾਜਿਕ ਤੌਰ ਤੇ ਮੈਂ ਇੰਨੀ ਗੱਲ ਹੀ ਕਹੂੰਗਾ ਮਦਨਦੀਪ ਜੀ ਕਿ ਜੇ ਸਾਡੀ ਪੋਲੀਟਿਕਸ ਸੂਤਰ ਨਾ ਹੋਈ, ਜਿਹੜੇ ਕਿ ਉਹਨਾਂ ਦੀ ਪੈਟਰਨੇਜ ਤੋਂ ਬਗੈਰ, ਉਹਨਾਂ ਦੀ ਛਤਰ ਛਾਇਆ ਤੋਂ ਬਗੈਰ ਤੇ ਬਚ ਨਹੀਂ ਸਕਦੇ। ਉਹੀ ਇਹਨਾਂ ਦੀ ਦੁਰਵਰਤੋਂ ਕਰਦੇ ਆ, ਉਹੀ ਇਹਨਾਂ ਨੂੰ ਆਪਣੇ ਕੋਲ ਰੱਖਦੇ ਆ। ਤੇ ਇਸ ਲਈ ਇਹ ਜ਼ਰੂਰੀ ਹੈਗਾ ਕਿ ਇਹ ਛਤਰ ਛਾਇਆ ਰਾਜਨੀਤਿਕ ਖੈਰ ਪ੍ਰੈਸ ਸਾਹਿਬ ਸਰਕਾਰ ਹਾਲੇ ਨਵੀਂ ਸਰਕਾਰ ਹੈ, ਹਾਲੇ ਇਹਨਾਂ ਕੋਲੇ ਮੇਰਾ ਖਿਆਲ ਇਸ ਤਰ੍ਹਾਂ ਦੇ ਗੁਰਗੇ ਨਹੀਂ ਹੈਗੇ ਜਿਸ ਤਰ੍ਹਾਂ ਦੇ ਅਸੀਂ ਸਵਾਲ ਕਰ ਰਹੇ ਹਾਂ। ਤੁਸੀਂ ਪਿਛਲੀਆਂ ਸਰਕਾਰਾਂ ਨੂੰ ਇਹਦੇ ਲਈ ਮੇਰਾ ਖਿਆਲ ਜ਼ਿੰਮੇਵਾਰ ਠਹਿਰਾ ਰਹੇ ਹੋ, ਪਰ ਤੁਸੀਂ ਦੋ ਬੜੇ ਵੱਡੇ ਸਵਾਲ ਖੜੇ ਕੀਤੇ ਆਪਣੀਆਂ ਗੱਲਾਂ ਦੇ ਵਿੱਚ। ਪਹਿਲਾ ਸਵਾਲ ਇਹ ਹੈ ਕਿ ਹੁਣ ਤੱਕ ਜਿਹੜੇ ਫੜੇ ਗਏ ਆ ਗੈਂਗਸਟਰ ਉਹ ਜ਼ਿਆਦਾ ਦਿੱਲੀ ਪੁਲਿਸ ਨੇ ਫੜੇ ਆ, ਔਰ ਪੰਜਾਬ ਦੇ ਗੈਂਗਸਟਰ ਜਦੋਂ ਪੰਜਾਬ ਦੇ ਵਿੱਚ ਗੈਂਗਵਾਰ ਕਰਦੇ ਆ, ਪੰਜਾਬ ਦੇ ਵਿੱਚ ਕਿਸੇ ਘਟਨਾ ਨੂੰ ਅੰਜਾਮ ਦਿੰਦੇ ਆ, ਦਿੱਲੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ, ਤਾਂ ਇਹ ਇੱਕ ਅਜੀਬ ਸਥਿਤੀ ਪੈਦਾ ਹੁੰਦੀ ਹੈ। ਇਹਦੇ ਲਈ ਮੇਰਾ ਖਿਆਲ ਸ਼ਸ਼ੀ ਕਾਂਤ ਜੀ ਜ਼ਿਆਦਾ ਸਾਨੂੰ ਦੱਸ ਸਕਦੇ ਆ। ਦੂਸਰਾ ਪਰਸੈਪਸ਼ਨ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਪਰਸੈਪਸ਼ਨ ਜਿਹੜੀ ਬਣਾਉਣੀ ਹੈ, ਪਰਸੈਪਸ਼ਨ ਕੌਣ ਬਣਾ ਰਿਹਾ ਹੈ, ਕਿਹਦੇ ਲਈ ਬਣਾ ਰਿਹਾ ਆ, ਔਰ ਦਿੱਲੀ ਪੁਲਿਸ ਦੀ ਪੰਜਾਬ ਪੁਲਿਸ ਤੋਂ ਬਾਅਦ ਇਹਦੇ ਵਿੱਚ ਭੂਮਿਕਾ ਕਿਉਂ ਹੈ। ਸ਼ਸ਼ੀ ਕਾਂਤ ਜੀ ਤੁਸੀਂ ਬਿਹਤਰ ਜਾਣਦੇ ਹੋ, ਸਾਨੂੰ ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ ਕਿ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਜਿਹੜਾ ਵਾਤਾਵਰਨ ਬਣ ਰਿਹਾ ਆ, ਪੰਜਾਬ ਪੁਲਿਸ ਦੇਖ ਰਹੀ ਹੈ, ਦਿੱਲੀ ਪੁਲਿਸ ਐਕਟਿਵ ਹੈ ਪੰਜਾਬ ਦੇ ਅੰਦਰ, ਪੰਜਾਬ ਦੇ ਵਿੱਚੋਂ ਬੰਦੇ ਫੜ ਕੇ ਦਿੱਲੀ ਲੈ ਕੇ ਜਾ ਰਹੀ ਹੈ, ਇਹਦੇ ਪਿੱਛੇ ਕੀ ਕਾਰਨ ਹੈਗੇ ਆ, ਕਿਸ ਤਰ੍ਹਾਂ ਦੀ ਭੂਮਿਕਾ ਹੈ ਇਹ? ਦੇਖੋ ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਅਸੀਂ ਸਿਰਫ ਪੰਜਾਬ ਦੀ ਗੱਲ ਨਾ ਕਰੀਏ। ਪਹਿਲੇ ਵੀ ਕਾਫੀ ਕੋਸ਼ਿਸ਼ ਹੋ ਚੁੱਕੀ ਹੈਗੀ ਹੈ ਪੰਜਾਬ ਨੂੰ ਬਦਨਾਮ ਕਰਨ ਲਈ, ਚਾਹੇ ਡਰੱਗਸ ਹੋਏ ਜਾਂ ਕੁਛ ਵੀ ਹੋਏ। ਡਰੱਗਸ ਹੈਗੀਆਂ ਨੇ ਪੰਜਾਬ 'ਚ, ਪੂਰੇ ਮੁਲਕ 'ਚ, ਪਰ ਪੰਜਾਬ ਨੂੰ ਅਸੀਂ ਹਮੇਸ਼ਾ ਸਿੰਗਲ ਆਊਟ ਕਰਦੇ ਰਹੇ। ਗੈਂਗਸਟਰਸ ਸਾਰੇ ਦੇਸ਼ 'ਚ ਹੈਗੇ ਨੇ, ਹਰ ਪ੍ਰਾਂਤ ਵਿੱਚ ਹੈਗੇ ਨੇ, ਪਰ ਅਸੀਂ ਸਿਰਫ ਗੱਲ ਕਰ ਰਹੇ ਹੈਗੇ ਹਾਂ ਅੱਜ ਦੀ ਤਰੀਕ 'ਚ ਗੈਂਗਸਟਰ ਜਿਹੜੇ ਸਾਡੇ ਇੱਥੇ ਹੈਗੇ ਨੇ, ਜਿਸ ਤਰ੍ਹਾਂ ਕਿ ਗੈਂਗਸਟਰ ਸਿਰਫ ਪੰਜਾਬ 'ਚ ਹੈਗੇ ਨੇ, ਦੇਸ਼ 'ਚ ਨੈਕਸਟ ਆਉਂਦਾ ਹੈਗਾ ਪੁਆਇੰਟ ਜੋ ਲੀਗਲੀ ਸ਼ੁਰੂ ਕਰੀ। ਅਨਫੋਰਚੂਨੇਟਲੀ ਕੋਈ ਵੀ ਸਰਕਾਰ ਇਨਕਲੂਡਿੰਗ ਸੈਂਟਰਲ ਗਵਰਨਮੈਂਟ ਜਾਪਦਾ ਹੈਗਾ ਕਿ ਇਸ ਮਾਮਲੇ ਤੇ ਸੀਰੀਅਸ ਨਹੀਂ। ਇਹ ਗੱਲ ਠੀਕ ਹੈ ਕਿ ਸਾਡਾ ਕਾਨੂੰਨ ਜਿਹੜਾ ਹੈਗਾ ਇਹਨਾਂ ਬ੍ਰੌਡ ਬੇਸਡ ਹੈਗਾ ਕਿ ਹਰ ਜੁਰਮ ਜਿਹੜਾ ਹੈਗਾ ਕਿਸੇ ਨਾ ਕਿਸੇ ਸੈਕਸ਼ਨ 'ਚ ਕਵਰ ਹੋ ਸਕਦਾ ਹੈ। ਅਗਰ ਹੋ ਸਕਦਾ ਕਿ ਫੇਟ ਦੀ ਲੋੜ ਸੀ ਇੱਕ ਸਪੈਸੀਫਿਕ ਆਰਟ ਸੈਕਸ਼ਨ ਬਣਾਉਣ ਦਾ, ਡੈਕੋਇਟੀ ਲਈ, ਰੋਬਰੀ ਲਈ, ਜੇ ਉਹਨਾਂ ਦਾ ਬਣ ਸਕਦਾ ਹੈ ਤਾਂ ਗੈਂਗਸਟਰ ਦਾ ਕਿਉਂ ਨਹੀਂ ਬਣ ਸਕਦਾ? ਕਿ ਪੂਰਾ ਦੇਸ਼ ਜਿਹੜਾ ਹੈਗਾ ਅੱਜ ਕੱਲ੍ਹ ਗੈਂਗਸਟਰ ਦੇ ਚੁੰਗਲ ਦੇ ਵਿੱਚ ਹੈਗਾ। ਗੈਂਗਸਟਰ ਤੁਸੀਂ 307 ਲਾ ਦਿਓ, 302 ਲਾ ਦਿਓ, 4 ਲਾ ਦਿਓ, ਕੁਛ ਵੀ ਲਾ ਦਿਓ। ਨਹੀਂ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਹਰੇਕ ਥਾਂ ਗੈਂਗਸਟਰ ਹੈਗੇ, ਹਰੇਕ ਸੂਬੇ 'ਚ ਹੈਗੇ ਆ, ਲੇਕਿਨ ਪੰਜਾਬ ਦਾ ਕਲਚਰ ਇਸ ਤਰ੍ਹਾਂ ਦਾ ਨਹੀਂ ਸੀ। ਪੰਜਾਬ ਇੱਕ ਬਹੁਤ ਸ਼ਾਂਤ ਸੁਭਾਅ ਦਾ ਸੂਬਾ ਮੰਨਿਆ ਗਿਆ ਆ। ਪੰਜਾਬ ਦੇ ਵਿੱਚ 10 ਗੁਰੂ ਪੈਦਾ ਹੋਏ ਆ, ਪੀਰ ਫਕੀਰ ਪੈਦਾ ਹੋਏ ਆ, ਔਰ ਇੱਥੋਂ ਪ੍ਰੇਮ ਦਾ ਸੰਦੇਸ਼ ਦਿੱਤਾ ਜਾਂਦਾ ਇਸ ਧਰਤੀ ਤੋਂ। ਔਰ ਸਾਡੇ ਲਈ ਇਹ ਅਜੀਬ ਕਲਚਰ ਹੈ ਪੰਜਾਬ ਦਾ। ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਕਦੇ ਨਹੀਂ ਸੀ, ਪੰਜਾਬੀਆਂ ਨੇ ਕਦੇ ਗੈਂਗਸਟਰ ਨਾਂ ਹੀ ਨਹੀਂ ਸੁਣਿਆ ਸੀ ਇਸ ਤਰ੍ਹਾਂ ਦਾ। ਬਿਲਕੁਲ ਠੀਕ ਕਹਿ ਰਿਹਾ ਤੁਸੀਂ ਮਦਨਦੀਪ ਜੀ, ਉਹਦੇ ਤੇ ਆ ਰਹੇ ਹੈਗੇ। ਮੈਂ ਸਿਰਫ ਕੁਸ਼ੰਪਟ ਦੇ ਰਿਹਾ ਸੀ। ਜੇ ਪੰਜਾਬ ਦੇ ਤੁਸੀਂ ਗੈਂਗਸ ਦੀ ਗੱਲ ਕਰੋ, ਇਹ ਸਾਰੀ ਸ਼ੁਰੂ ਹੁੰਦੀ ਹੈਗੀ 96 ਦੇ ਵਿੱਚ, ਜਦੋਂ ਇੱਥੋਂ ਕੋਈ ਮੁੰਡਾ ਸੀ, ਉਹ ਚਲਾ ਗਿਆ ਸੀ ਨੱਠ ਕੇ, ਕੁਝ ਕ੍ਰਾਈਮ ਦੇ ਵਿੱਚ ਇਨਵੋਲਵ ਸੀ, ਉਹ ਜਾ ਕੇ ਲੈਂਡ ਅਪ ਹੋਇਆ ਇਲਾਹਾਬਾਦ ਯੂਪੀ ਦੇ ਵਿੱਚ। ਉੱਥੇ ਤੇ ਕੁਝ ਕੋਈ ਬਾਹੂਬਲੀ ਸਨ, ਜੋ ਕਿ ਗੈਂਗਸਟਰ ਕਹਿ ਸਕਦੇ ਹੈ, ਕੋਈ ਜੋ ਵੀ ਤੁਸੀਂ ਕਹਿੰਦੇ, ਉਹਨਾਂ ਦੇ ਨਾਲ ਰਾਬਤਾ ਹੋ ਗਿਆ। ਉਹਦਾ ਉੱਥੇ ਕੁਝ ਕ੍ਰਾਈਮ ਹੈਗੇ ਨੇ, ਉਹਨਾਂ 'ਚ ਇਨਵੋਲਵ ਵੀ ਹੋਇਆ ਸੀਰੀਅਸ ਕ੍ਰਾਈਮ ਦੇ ਵਿੱਚ। ਉਹ ਬੈਂਗਲੋਰ ਗਏ, ਉੱਥੇ ਹੋਇਆ। ਉਹਦੇ ਬਾਅਦ ਜਿਹੜੀ ਵਾਪਸੀ ਹੁੰਦੀ ਸਾਡੇ ਪੰਜਾਬ 'ਚ। ਇਸ ਵਿਅਕਤੀ ਦਾ, ਇਸ ਇਨਸਾਨ ਦਾ ਬਾਅਦ ਦੇ ਵਿੱਚ ਹੋਰ ਵੀ ਜਿਹੜੇ ਦੁਸ਼ਮਣ ਸਨ ਉਹਦੇ, ਉਹਦਾ ਐਨਕਾਊਂਟਰ ਹੋ ਜਾਂਦਾ, ਉਹਨੂੰ ਮਾਰ ਦਿੰਦੇ ਨੇ। ਪੰਜਾਬ ਦੇ ਨੇੜੇ ਦੀ ਸਟੇਟ ਹੈਗੀ, ਉੱਥੋਂ ਸ਼ੁਰੂਆਤ ਹੁੰਦੀ ਹੈ really ਪੰਜਾਬ ਦੇ ਵਿੱਚ ਗੈਂਗਸਟਰਸ ਦੀ, ਗੈਂਗਿਜ਼ਮ ਦੀ, ਬੇਸਿਕਲੀ 96 ਤੋਂ ਲੈ ਕੇ ਲਗਾਤਾਰ। ਪਰਵਾਨ ਕਿਉਂ ਚੜ੍ਹਦੀ ਹੈਗੀ ਇਹ ਗੱਲ ਇੱਥੇ ਪੰਜਾਬ 'ਚ? ਗੈਂਗਸਟਰਸ ਦਾ ਕਾਫੀ ਹੈਗਾ। ਯੂਪੀ ਦੇ ਵਿੱਚੋਂ ਪੜਤਾ ਸ਼ੁਰੂ ਹੋਈ ਸੀ ਬਾਹੂਬਲੀ ਕਿ ਗੈਂਗਸਟਰਸ ਦਾ ਕੰਮ ਹੈਗਾ ਕਿ ਬੇਸਿਕਲੀ ਇਹਨਾਂ ਦਾ ਯੂਟਿਲਾਈਜੇਸ਼ਨ ਹੁੰਦਾ ਹੈਗਾ ਇਹ ਸੈਕਸ਼ਨ ਆਫ ਪੁਲਿਸ ਆਫੀਸਰਸ ਦੁਆਰਾ, ਇਹ ਸੈਕਸ਼ਨ ਆਫ ਪੋਲੀਟੀਸ਼ੀਅਨਸ ਦਾ, ਵੋਟ ਕਾਰਨਰਿੰਗ,
प्रोफेसर साहब पहले इस गल कह चुके हैं, बगैर प्रोटैक्शन दे कि नहीं रह सकते है, और प्रोटैक्शन सारा ज़्यादा जरूरी होंगे है। अ सैक्शन ऑफ पुलिस वॉटएवर इट इज, एंड सैक्शन ऑफ पॉलिटिशियंस। पुलिस ਨੂੰ ਕੀ ਹੈਗਾ, ਚਾਹੀਦਾ ਹੈਗਾ ਹੋਰ ਛੋਟੇ ਮੋਟੇ ਕ੍ਰਾਈਮ ਫੜਨ 'ਚ ਉਹਨਾਂ ਦੀ ਮਦਦ ਚਾਹੀਦੀ ਹੈਗੀ ਹੈ। ਪੋਲੀਟੀਸ਼ੀਅਨਸ ਨੂੰ ਚਾਹੀਦੀ ਹੈਗੀ ਹੈ ਇਲੈਕਸ਼ਨ ਗਾਰਡਨਿੰਗ, ਡਰਾ ਧਮਕਾ ਕਰਕੇ ਇਹਦੇ ਇਲਾਵਾ ਜਿਹੜੇ ਮਾਫੀਆ ਵੱਖ-ਵੱਖ ਹੈਗੇ ਨੇ, ਚਾਹੇ ਸੈਂਡ ਮਾਫੀਆ, ਰੇਤ ਮਾਫੀਆ, ਟਿੰਬਰ ਮਾਫੀਆ, ਰੋਡ ਮਾਫੀਆ, ਬੁੱਕ ਮਾਫੀਆ ਦੀ ਕੋਈ ਘਾਟਾ ਨਹੀਂ ਹੈ। ਉਹਦੇ ਵਿੱਚ ਸਾਰੇ ਗੈਂਗਸਟਰਸ ਕਿਉਂ ਬਣਦੇ ਹੈਗੇ ਨੇ? ਦੋ ਗੱਲਾਂ। ਪਹਿਲੀ ਗੱਲ ਹੁੰਦੀ ਹੈਗੀ ਬੱਚੇ ਨਜਾਇਜ਼ ਜਿਹੜੇ ਹੈਗੇ ਨੇ ਗਲਤ ਰਾਹ ਤੇ ਪੜ ਕੇ ਉਹਨਾਂ ਨੂੰ ਸ਼ਹਿ ਮਿਲਦੀ ਹੈਗੀ ਹੈ। ਇਨੇ ਸੈਕਸ਼ਨਸ ਦੁਆਰਾ ਜਿਹੜੇ ਮੈਂ ਗੱਲ ਕੀਤੀ ਹੈਗੀ ਹੈ, ਉਹਨਾਂ ਦਾ ਏਮ ਹੋ ਜਾਂਦਾ ਨੰਬਰ 1 ਪੈਸੇ ਇਕੱਠੇ ਕਰਨਾ, ਦੂਜਾ ਟੈਰਰ ਦੇ ਰਾਹੀਂ ਆਪਣਾ ਸਫੀਅਰ ਆਫ ਇਨਫਲੂਐਂਸ ਵਧਾਉਣਾ। ਇਹ ਸਾਰੀ ਸੋਚ ਹੈਗਾ ਗੈਂਗਸਟਰਸ ਦਾ ਪੰਜਾਬ ਦੇ ਵਿੱਚ। ਥੈਂਕ ਯੂ। ਸ਼ਸ਼ੀਕਾਂਤ ਜੀ, ਤੁਸੀਂ ਜਦੋਂ ਜੇਲ੍ਹ ਦੇ ਵਿੱਚ ਸੀ, ਪਰ ਮਨਜੀਤ ਸਿੰਘ ਉਹਨਾਂ ਨੇ ਇੱਕ ਸਵਾਲ ਉਠਾਇਆ ਕਿ ਜੇਲ੍ਹ ਦੇ ਡੀਜੀਪੀ ਸੀ, ਮੇਰੇ ਕਹਿਣ ਤੋਂ ਭਾਵ ਆ ਜੇਲ੍ਹਾਂ ਦੇ ਡੀਜੀਪੀ ਸੀਗੇ, ਮੈਂ ਇਹ ਨਹੀਂ ਕਿਹਾ ਤੁਸੀਂ ਜੇਲ੍ਹ ਦੇ ਅੰਦਰ ਸੀ। ਜਦੋਂ ਤੁਸੀਂ ਡੀਜੀਪੀ ਜੇਲ੍ਹ ਪੰਜਾਬ ਸੀ, ਉਹਨਾਂ ਸਮਿਆਂ ਦੇ ਵਿੱਚ ਵੀ ਇਹੀ ਸਮੱਸਿਆਵਾਂ ਸੀ, ਔਰ ਤੁਸੀਂ ਤਾਂ ਖੈਰ ਚਿੱਠੀਆਂ ਵੀ ਲਿਖੀਆਂ ਹੈ, ਉਦੋਂ ਨਸ਼ੇ ਦਾ ਜ਼ਿਆਦਾ ਕੰਮ ਸੀ ਜੇਲ੍ਹਾਂ ਦੇ ਅੰਦਰੋਂ, ਔਰ ਤੁਹਾਡੀਆਂ ਚਿੱਠੀਆਂ ਜਿਹੜੀਆਂ ਹੈ ਉਹ ਤੁਸੀਂ ਅੱਜ ਤੱਕ ਜਵਾਬ ਮੰਗ ਰਹੇ ਹੋ ਸਰਕਾਰਾਂ ਤੋਂ, ਤੁਸੀਂ ਕਦੇ ਉਹ ਚਿੱਠੀਆਂ ਜਨਤਕ ਨਹੀਂ ਕੀਤੀਆਂ। ਹੁਣ ਸਵਾਲ ਜਿਹੜੇ ਪੰਜਾਬ ਦੇ ਸਾਬਕਾ ਡੀਜੀਪੀ ਹੋ ਗਏ ਭਵਰਾ ਸਾਹਿਬ, ਉਹਨਾਂ ਨੇ ਵੀ ਕੋਈ ਸਵਾਲ ਕੀਤੇ ਆ ਸਰਕਾਰ ਨੂੰ, ਉਹਦੇ 'ਤੇ ਵੀ ਗੱਲ ਕਰਾਂਗੇ। ਪਰ ਉਦੋਂ ਤੁਹਾਨੂੰ ਪਤਾ ਹੋਣਾ ਹੈ ਕਿ ਜੇਲ੍ਹਾਂ ਦੇ ਵਿੱਚੋਂ ਕਿਵੇਂ ਗੈਂਗਸਟਰਾਂ ਨੂੰ ਸੰਦੇਸ਼ ਜਾਂਦੇ ਆ, ਕਿਵੇਂ ਨਸ਼ਾਖੋਰ ਸੰਦੇਸ਼ ਬਾਹਰ ਭੇਜਦੇ ਆ, ਕਿਵੇਂ ਜੇਲ੍ਹਾਂ ਦੇ ਵਿੱਚ ਕਿਹਦੀ ਸਹਾਇਤਾ ਨਾਲ ਐਕਟਿਵ ਹੈਗੇ ਆ। ਉਦੋਂ ਤੁਸੀਂ ਕਦੇ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਹੋਵੇਗਾ? ਤੁਹਾਡੀ ਨਜ਼ਰ ਦੇ ਵਿੱਚ ਜਿਹੜੇ ਜੇਲ੍ਹ ਅਧਿਕਾਰੀ ਨੇ ਉਹ ਇਹਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਦੇ ਆ? ਥੋੜ੍ਹੇ ਜਿਹੇ ਸ਼ਬਦਾਂ 'ਚ ਗੱਲ ਕਰਿਓ। ਗੱਲ ਕਰਾਂਗਾ ਲਾਸਟ ਪੁਆਇੰਟ ਫਸਟ। ਜੇ ਕਿਸੇ ਵਿਅਕਤੀ ਦੀ ਭਰਤੀ ਇੱਕ ਥਾਂ 'ਤੇ ਹੁੰਦੀ ਹੈਗੀ ਹੈ, ਉਹਦੀ ਨੌਕਰੀ 30, 32, 34, 35 ਜਿੰਨੇ ਵਰੇ ਉੱਤੇ ਰਹਿੰਦੀ ਹੈਗੀ ਹੈ, ਉਹਦਾ ਰਿਟਾਇਰਮੈਂਟ ਆਮ ਤੌਰ 'ਤੇ ਉੱਥੇ ਹੁੰਦਾ ਹੈਗਾ। ਕੀ ਸਮਝਦੇ ਹੋ ਉਹਦੇ ਸੈਲਸ ਨਹੀਂ ਹੋਣਗੇ? ਕੀ ਤੁਸੀਂ ਸਮਝਦੇ ਹੋ ਉੱਥੇ ਥਾਂ 'ਤੇ ਰਹਿਣਾ ਆਸਾਨ ਹੈਗਾ ਬਗੈਰ ਪੋਲੀਟੀਕਲ ਸੰਰਕਸ਼ਨ ਦੇ, ਜਾਂ ਸੰਰਕਸ਼ਨ ਜਿਹੜਾ ਹੈਗਾ ਪ੍ਰੋਟੈਕਸ਼ਨ ਉਹਦੇ ਆਪਣੇ ਸੀਨੀਅਰ ਆਫਿਸਰਸ ਦਾ? ਨੈਕਸਟ ਪੁਆਇੰਟ ਕਿਸ ਤਰ੍ਹਾਂ ਜਾਂਦੀ ਹੈਗੀ ਹੈ? ਨੈਚੁਰਲੀ ਫਿਲਮੀ ਡਾਇਲੌਗ ਕਹਿੰਦੇ ਹੋ ਤੁਸੀਂ, ਪਰ ਹਕੀਕਤ ਹੈਗੀ ਹੈ ਜਦੋਂ ਕੋਈ ਚੀਜ਼ ਜੇਲ੍ਹ 'ਚ ਜਾਂਦੀ ਹੈਗੀ ਹੈ, ਕੋਈ ਨਾ ਕੋਈ ਹੱਥ ਅੱਗੇ ਵੱਧਦਾ ਹੈਗਾ ਅਤੇ ਉਸ ਹੱਥਾਂ ਦੇ ਰਾਹੀਂ ਜਾਂਦੀ ਹੈਗੀ ਹੈ, ਚਾਹੇ ਉਹ ਜੇਲ੍ਹ ਸਟਾਫ ਦਾ ਹੋਏ, ਚਾਹੇ ਜੇਲ੍ਹ ਦੇ ਉਹਨਾਂ ਦਾ ਹੋਏ, ਜਾਂ ਪੋਲੀਟੀਕਲ ਪ੍ਰੋਟੈਕਸ਼ਨ ਹੋਏ। ਔਰ ਜੇਲ੍ਹਾਂ ਦੇ ਵਿੱਚ ਲਾਸਟ ਲਾਈਨ ਹੈਗੀ ਹੈ ਕਿ ਬੈਠ ਕਰਕੇ ਜਿੰਨਾ ਜੇ ਤੁਸੀਂ ਆਰਾਮ ਚਾਹੋ ਤਾਂ ਇੰਨਾ ਆਰਾਮ ਜੇਲ੍ਹ 'ਚ ਮਿਲ ਸਕਦਾ ਹੈਗਾ। ਮੈਨੂੰ ਪਤਾ ਹੈਗਾ ਕਿ ਕਾਫੀ ਕੋਸ਼ਿਸ਼ਾਂ ਹੁੰਦੀ ਰਹੀ ਹੈਗੀਆਂ ਜੇਲ੍ਹਾਂ 'ਚ, ਕਿਸੇ ਨੂੰ AC ਦੇ ਦਿਓ, ਕਿਸੇ ਨੂੰ TV ਦੇ ਦਿਓ, ਕਿਸੇ ਨੂੰ ਕੁਝ ਲਵਾ ਦਿਓ, ਕਿਸੇ ਨੂੰ ਕੋਈ ਸੇਵਾ ਕਰਨ ਦੇ ਜਿਹੜੇ ਹੈਗੇ ਸੇਵਾਦਾਰ ਦੇ ਦਿਓ। ਜੇਲ੍ਹਾਂ 'ਚ ਹਰ ਚੀਜ਼ ਹੁੰਦੀ ਹੈ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਮੁਹੱਈਆ ਨਾ ਹੋਏ। ਸਿਰਫ ਜਾਂ ਬੰਦੇ ਦੇ ਕੋਲ ਪੈਸਾ ਹੋਣਾ ਚਾਹੀਦਾ ਜਾਂ ਪ੍ਰੋਟੈਕਸ਼ਨ ਹੋਣਾ ਚਾਹੀਦਾ। ਠੀਕ ਹੈ। ਡਾਕਟਰ ਘੁੰਮਣ ਸਾਹਿਬ, ਤੁਸੀਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਦੀ ਗੱਲ ਵੀ ਸੁਣੀ ਹੈ, ਤੁਸੀਂ DGP ਸਾਹਿਬ ਦੀ ਵੀ ਗੱਲ ਸੁਣੀ ਹੈ। ਮਸਲਾ ਇਹ ਆ ਕਿ ਜਿਹੜੀ ਜਵਾਨੀ ਇਸ ਵੇਲੇ ਹਥਿਆਰ ਚੱਕ ਕੇ ਆਪ ਦੇ ਵੀ ਦੁਸ਼ਮਣ ਬਣੇ ਹੋਈ ਹੈ, ਲੋਕਾਂ ਦੇ ਵੀ ਦੁਸ਼ਮਣ ਬਣੇ ਹੋਏ ਆ, ਇਹਨੂੰ ਮੋੜਿਆ ਕਿਵੇਂ ਜਾ ਸਕਦਾ? ਇਹਦੇ ਪਿੱਛੇ ਆਰਥਿਕ ਕਾਰਨ ਜਾਂ ਸਮਾਜਿਕ ਕਾਰਨ ਕੀ ਹੋ ਸਕਦੇ ਆ? ਦੇਖੋ ਮਦਨਦੀਪ ਜੀ, ਇੱਦਾਂ ਹੈ ਕਿ ਪ੍ਰੋਫੈਸਰ ਮਨਜੀਤ ਸਿੰਘ ਸੋਸ਼ੀਓਲੋਜਿਸਟ ਨੇ ਜੀ, ਉਹਨਾਂ ਨੇ ਸੋਸ਼ਲ ਪੱਖ ਤੋਂ ਬੜੇ ਠੀਕ ਢੰਗ ਨਾਲ ਗੱਲ ਪੱਖ ਜਿਹੜਾ ਪੇਸ਼ ਕੀਤਾ ਹੈ। ਔਰ DGP ਸਾਹਿਬ ਸ਼ਸ਼ੀਕਾਂਤ ਜੀ, ਉਹਨਾਂ ਨੇ ਤਾਂ ਸਾਰੀ ਉਮਰ ਹੀ ਜਿਹੜੀ ਹੈ ਇਹਨਾਂ ਲਾਅ ਐਂਡ ਆਰਡਰ ਨਾਲ, ਕਾਨੂੰਨ ਵਿਵਸਥਾ ਨਾਲ, ਤੇ ਉਹਨਾਂ ਦੇ ਜਿਹੜੇ ਇੱਕ ਕਰੀਅਰ ਦੇ ਵਿੱਚ ਕਈ ਲੋਕਾਂ ਨਾਲ ਵਾਹ ਵੀ ਪਿਆ ਹੋਏਗਾ। ਔਰ ਮੈਂ ਉਹਨਾਂ ਨੂੰ ਇੱਕ ਹੋਰ ਪੱਖ ਤੋਂ ਵੀ ਜਾਣਦਾ ਕਿ ਉਹ ਨਸ਼ਿਆਂ 'ਤੇ ਵੀ ਕਾਫੀ ਉਹਨਾਂ ਦੀ ਪਕੜ ਸੀਗੀ। ਮੈਨੂੰ ਲੱਗਦਾ ਇਹ ਹੈ ਕਿ ਸ਼ਾਇਦ ਜਿਹੜਾ ਆਰਥਿਕ ਪੱਖ ਹੈ ਉਹ ਬਹੁਤ ਮਹੱਤਵਪੂਰਨ ਹੈ। ਪੰਜਾਬ ਦੇ ਵਿੱਚ ਇਹ ਠੀਕ ਹੈ ਕਿ ਗੈਂਗਵਾਦ ਦਾ ਕਲਚਰ ਨਹੀਂ ਸੀ, ਮੈਂ ਮੰਨਦਾ, ਪਰ ਪੰਜਾਬ ਦੇ ਵਿੱਚ ਇੱਕ ਖਾਸ ਕਿਸਮ ਦਾ ਰੈਬਲ ਸਪਿਰਿਟ ਤੇ ਰੈਬਲ ਖੂਨ ਜ਼ਰੂਰ ਸੀ। ਉਸ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਮੈਨੂੰ ਲੱਗਦਾ ਇਹ ਹੈ ਕਿ ਇੱਕ ਸਾਜ਼ਿਸ਼ ਤਹਿਤ ਵੀ ਹੋ ਰਿਹਾ ਕਿ ਇਹ ਜਿਹੜਾ ਪੰਜਾਬ ਦਾ ਰੈਬਲ ਪੁਣਾ ਹੈ ਇਹਨੂੰ ਕਿਵੇਂ ਖਤਮ ਕਰਨਾ। ਭਾਵੇਂ ਉਹ ਨਸ਼ੇ ਲਿਆ ਕੇ ਕੀਤਾ ਜਾਵੇ,
ਭਾਵੇਂ ਉਹ ਇਹਨਾਂ ਦੇ ਹੱਥ 'ਚ ਬੰਦੂਕਾਂ ਫੜਾ ਕੇ ਕੀਤਾ ਜਾਵੇ, ਭਾਵੇਂ 70s ਦੀ ਜਿਹੜੀ ਨਕਸਲਾਈਟ ਮੂਵਮੈਂਟ ਵਿੱਚ ਵੀ ਪੰਜਾਬ ਰਿਹਾ ਹੈਗਾ, ਭਾਵੇਂ ਉਹ 80s ਦਾ ਮਿਲੀਟੈਂਸੀ ਇਹ, ਤੇ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਾਲੀ ਗੱਲ ਹੋਵੇ, ਤੇ ਭਾਵੇਂ ਕਾਨੂੰਨ 3 ਖੇਤੀ ਕਾਨੂੰਨ ਹੋਣ, ਪੰਜਾਬ ਇਹਨਾਂ ਤੇ ਮੋਹਰੀ ਹੋ ਕੇ ਲੜਦਾ ਰਿਹਾ। ਮੇਰੇ ਸਮਝਣ ਦੇ ਮੁਤਾਬਕ ਇਹ ਹੈ ਕਿ ਜਿੰਨਾ ਕਿ ਮੈਂ ਮੁਤਾਲਿਆ ਕੀਤਾ ਹੈ ਪੰਜਾਬ ਦੀ ਆਰਥਿਕਤਾ ਦਾ, ਉਹ ਇਹ ਹੈ ਕਿ 1992 ਤੋਂ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਸਾਡਾ ਜਿਹੜਾ ਵਿਕਾਸ ਦਰ ਹੈ ਉਹ ਹਿੰਦੁਸਤਾਨ ਦੀ ਔਸਤ ਵਿਕਾਸ ਦਰ ਤੋਂ ਥੱਲੇ ਰਹੀ ਹੈ, ਤੇ ਅੱਜ ਦੀ ਵੀ ਥੱਲੇ ਹੈ। ਅੱਜ ਇਹ ਹਾਲਤ ਹੈ ਕਿ ਸਾਡੇ ਜਿਹੜੇ 17 ਜਨਰਲ ਕੈਟੇਗਰੀ ਸਟੇਟਸ ਨੇ, ਸਾਡਾ 12ਵਾਂ 13ਵਾਂ ਨੰਬਰ ਹੈ 17 ਚੋਂ, ਔਰ ਜੇ ਅਸੀਂ ਕਰੀਏ ਪਰ ਕੈਪੀਟਾ ਇਨਕਮ ਦੀ ਗੱਲ, ਤੇ 28 ਚੋਂ ਸਾਡਾ 24ਵਾਂ ਨੰਬਰ ਹੈ। ਇਹ ਜਿਹੜਾ ਸਿਲਸਿਲਾ ਹੈ, ਤੇ ਬੇਰੁਜ਼ਗਾਰੀ ਵੀ ਜਿਹੜੇ ਸਮਾਜਿਕ ਅੰਕੜੇ ਨੇ, ਮਤਲਬ ਅਫੀਸ਼ੀਅਲ ਅੰਕੜੇ, ਉਹ ਇਹ ਕਹਿ ਰਹੇ ਨੇ ਕਿ ਬੇਰੁਜ਼ਗਾਰੀ ਪੰਜਾਬ 'ਚ ਸਭ ਤੋਂ ਵੱਧ ਹੈ। ਉਹ ਜੇ ਗਵਰਨਮੈਂਟ ਆਫ ਇੰਡੀਆ ਵਾਲੇ ਅੰਕੜੇ ਲਾਈਏ ਤਾਂ 8 ਤੋਂ 9 ਲੱਖ ਹੈ। ਜੇ ਪੰਜਾਬ ਅਸੈਂਬਲੀ 'ਚ ਜਿਹੜਾ ਪੈਡ ਨੋਟ 4-5 ਸਾਲ ਪਹਿਲਾਂ ਪੇਸ਼ ਕੀਤਾ ਗਿਆ ਸੀ, ਉਹਦੇ ਮੁਤਾਬਕ 14.19 ਲੱਖ ਹੈ। ਮੇਰੇ ਆਪਣੇ ਅੰਕੜੇ ਕਹਿੰਦੇ ਨੇ ਕਿ 22 ਤੋਂ 25 ਲੱਖ ਬੇਰੁਜ਼ਗਾਰ ਹਨ ਪੰਜਾਬ 'ਚ, ਔਰ ਪੰਜਾਬ ਦੀ ਜਿਹੜੀ ਵਰਕ ਫੋਰਸ ਹੈ ਉਹ ਕੋਈ 1 ਕਰੋੜ ਹੈ। ਕਿਸੇ ਵੀ ਸੂਬੇ 'ਚ, ਕਿਸੇ ਖਿੱਤੇ 'ਚ, ਕਿਸੇ ਘਰ 'ਚ ਜੇ 25% ਵਰਕ ਫੋਰਸ ਬੇਰੁਜ਼ਗਾਰ ਹੈ ਤਾਂ ਉੱਥੇ ਬਹੁਤ ਕੁਛ ਇਹੋ ਜਿਹਾ ਹੋਏਗਾ ਜਿਹੜਾ ਸਮਾਜਿਕ ਪੱਖੋਂ, ਆਰਥਿਕ ਪੱਖੋਂ, ਕਾਨੂੰਨਨ ਪੱਖੋਂ ਠੀਕ ਨਹੀਂ ਹੈ। ਇੱਕ ਗੱਲ ਤਾਂ ਇਹ ਹੈ। ਦੂਜਾ, ਪੰਜਾਬ ਦੇ ਵਿੱਚ ਨਸ਼ੇ ਜਿਹੜੇ ਹੈ ਉਹਨਾਂ ਤੇ ਵੀ ਮੈਂ ਕਾਫੀ ਵੱਡੀ ਸਟੱਡੀ ਕੀਤੀ ਹੈ। ਸ਼ਸ਼ੀਕਾਂਤ ਜੀ ਜਾਣਦੇ, ਅਸੀਂ ਟੀਵੀ ਤੇ ਡਿਬੇਟ ਵੀ ਕੀਤੀ ਹੈ ਇਕੱਠਿਆਂ। ਤੀਜਾ ਜਿਹੜਾ ਹੈ ਕਿ ਗੈਂਗਵਾਰ, ਪੰਜਾਬ ਛੋਟੀ ਜਿਹੀ ਸਟੇਟ ਆ, ਸ਼ਸ਼ੀਕਾਂਤ ਜੀ ਮੇਰੇ ਨਾਲ ਵੱਧ ਜਾਣਦੇ ਨੇ ਕਿ ਤੁਸੀਂ 300-400 ਗੈਂਗਸ ਬਣਾ ਰੱਖੇ ਨੇ ਇਹ ਪੰਜਾਬ, ਛੋਟੀ ਜਿਹੀ ਸਟੇਟ। ਔਰ ਜਿਵੇਂ ਮਨਜੀਤ ਸਿੰਘ ਹੋਰ ਆਖਿਆ ਕਿ ਹਰ ਗੈਂਗ ਰੈਕਗਨੀਸ਼ਨ ਪਾਉਂਦਾ, ਮੈਨੂੰ ਇਸ ਗੱਲ 'ਚ ਕੋਈ ਝਿਜਕ ਨਹੀਂ ਹੈ ਕਹਿਣ 'ਚ, ਮੇਰੇ ਦੋਸਤ ਸ਼ਾਇਦ ਸਮਝਦੇ ਹੋ ਕਿ ਝਿਜਕ ਹੈ। ਗੈਂਗਸਟਰ ਕੋਈ ਘਰੋਂ ਨਹੀਂ ਜਾਂਦਾ, ਗੈਂਗਸਟਰ ਬਣਾਏ ਜਾਂਦੇ ਨੇ, ਭਾਵੇਂ ਉਹ ਪੁਲਿਸ ਬਣਾਵੇ, ਭਾਵੇਂ ਉਹ ਪੋਲੀਟੀਸ਼ੀਅਨ ਬਣਾਉਣ। ਇਹ 2 ਏਜੰਸੀਆਂ ਨੇ ਜਿਹੜੇ ਗੈਂਗ ਬਣਾਉਂਦੀਆਂ ਨੇ ਗੈਂਗਸਟਰ, ਤੇ ਉਹਨਾਂ ਨੂੰ ਯੂਜ਼ ਵੀ ਕਰਦੀਆਂ ਨੇ। ਤੁਸੀਂ ਗੱਲ ਕੀਤੀ ਸੀ ਦਿੱਲੀ ਪੁਲਿਸ ਦੀ। ਦਿੱਲੀ ਪੁਲਿਸ ਜਿਹੜੀ ਹੈ ਉਹ ਦਿੱਲੀ ਦੀ ਪੁਲਿਸ ਨਹੀਂ ਆ, ਕੇਂਦਰ ਦੀ ਪੁਲਿਸ ਆ ਭਾਈ। ਇਹ ਇਸੇ ਕਰਕੇ ਤਾਂ ਉਹ ਜਿਹੜੀ ਸਟੇਟ, ਉਹ ਕਹਿੰਦੇ ਸਾਡੇ ਵਸ ਨਹੀਂ ਪੁਲਿਸ। ਸੋ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਰੈਬਲ ਪੁਣਾ ਕੱਢਣ ਲਈ, ਤੇ ਤੁਸੀਂ ਭਾਵੇਂ ਐਮਰਜੈਂਸੀ ਦਾ ਵਿਰੋਧ ਲਾ ਲਓ, ਕੋਈ ਲਾ ਲਓ, ਇਹ ਇੱਕ ਖਾਸ ਕਿਸਮ ਦਾ ਇਲੈਕਸ਼ਨ ਸਟੰਟ ਵੀ ਬਣਾਉਂਦੇ ਰਹਿੰਦੇ ਨੇ ਕਿ ਕਦੋਂ ਪੰਜਾਬ ਨੂੰ ਡਿਸਟਰਬ ਕਰਨਾ। ਮਤਲਬ ਪੰਜਾਬ ਦਾ ਤੁਸੀਂ ਇਹ ਕਹਿੰਦੇ ਹੋ ਕਿ ਜਿਹੜੇ ਬਾਗੀ ਸੁਰਾ ਪੰਜਾਬ ਦੀਆਂ ਹੈਗੀਆਂ, ਨਾਬਰ ਸਟੇਟ ਹੋਣ ਦਾ ਹੀ ਇਹਨੂੰ ਇਹ ਸਾਰੀ ਸਜ਼ਾ ਮਿਲ ਰਹੀ ਹੈ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਮੈਂ 100% ਨਹੀਂ, ਬਲਕਿ ਇਹ ਇੱਕ ਹਿੱਸਾ ਹੈ ਉਹਦਾ, ਇੱਕ ਜਿਹੜੀ ਸਟ੍ਰੈਟਜੀ ਹੈ ਸਾਰੀ। ਭਾਵੇਂ ਹੁਣ ਤਾਂ ਬਲੂ ਸਟਾਰ ਆਪਰੇਸ਼ਨ ਤੇ ਵੀ ਕਿਤਾਬਾਂ ਆ ਗਈਆਂ ਨੇ, ਉਹ ਪੜ੍ਹ ਲਓ, ਉਹ ਵੀ ਕੁਛ ਇਹੋ ਜਿਹਾ ਕੁਛ ਕਹਿ ਰਹੀਆਂ ਨੇ ਕਿ ਕਿਵੇਂ ਸਟ੍ਰੈਟਜੀ ਬਣਾਈ ਜਾਂਦੀ ਹੈ, ਕਿਵੇਂ ਇੰਪਲੀਮੈਂਟ ਕੀਤੀ ਜਾਂਦੀ ਹੈ, ਕਿਵੇਂ ਕਿਸੇ ਸਟੇਟ ਨੂੰ ਡਿਸਟਰਬ ਕੀਤਾ ਜਾਂਦਾ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਸਰਹੱਦੀ ਸੂਬਾ ਹੈ, ਤੇ ਪੰਜਾਬ ਦਾ 400 ਕਿਲੋਮੀਟਰ ਬਾਰਡਰ ਲੱਗਦਾ ਹੈ ਇਹੋ ਜਿਹੀ ਕੰਟਰੀ ਨਾਲ ਜਿਹਦਾ ਕਦੀ ਬਾਰਡਰ ਨਾਰਮਲ ਰਿਹਾ ਹੀ ਨਹੀਂ, ਲਾਈਵ ਬਾਰਡਰ। ਤੇ ਜੇ ਆਪਾਂ ਚਾਹੁੰਦੇ ਹਾਂ ਕਿ ਹਿੰਦੁਸਤਾਨ ਦੀ ਸਰਕਾਰ, ਪੰਜਾਬ ਦੀਆਂ ਸਰਕਾਰਾਂ, ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਚਾਹੁੰਦੀ ਹੈ ਕਿ ਹਿੰਦੁਸਤਾਨ, ਪੰਜਾਬ ਲਿਵੇਬਲ ਰਹੇ, ਸ਼ਾਂਤਮਈ ਰਹੇ, ਤਾਂ ਪੰਜਾਬ ਨੂੰ ਸ਼ਾਂਤਮਈ ਰੱਖਣਾ ਬਹੁਤ ਜ਼ਰੂਰੀ ਹੈ। ਜਿੰਨੇ ਜ਼ਰੂਰੀ ਹੈ, ਬਿਲਕੁਲ ਜ਼ਰੂਰੀ ਹੈ। ਡਾਕਟਰ ਸਾਹਿਬ, ਮਨਜੀਤ ਹੋਰਾਂ ਨੂੰ ਸ਼ਾਇਦ ਪਤਾ ਹੋਵੇ ਕਿ ਕੋਈ ਸਟੱਡੀ ਗੈਂਗਸਟਰ ਤੇ ਹੋਈ ਹੈ ਜਾਂ ਨਹੀਂ ਹੋਈ, ਜਾਂ ਸ਼ਸ਼ੀਕਾਂਤ ਜੀ ਨੂੰ ਪਤਾ ਹੋਵੇ, ਉਹਨਾਂ ਦੇ ਜਿਹੜੇ ਐਂਟੀਸੀਡੈਂਟਸ ਜੇ ਤੁਸੀਂ ਟਰੇਸ ਕਰਦੇ ਪਿੱਛੇ ਜਾਓਗੇ ਤਾਂ ਉਹ ਜਮਾਂਦਰੂ, ਈਵਨ ਹੁਣ ਜਿਹੜੇ ਬਹੁਤ ਜਿਨ੍ਹਾਂ ਦਾ ਨਾਂ ਵੱਜ ਰਿਹਾ ਹੈਗਾ, ਇਹ ਵੀ ਜਮਾਂਦਰੂ ਗੈਂਗਸਟਰ ਨਹੀਂ ਸੀ। ਕੋਈ ਚੰਡੀਗੜ੍ਹ ਆ ਕੇ ਗੈਂਗਸਟਰ ਬਣ ਗਏ, ਕੋਈ ਕਿਤੇ ਹੋਰ ਜਾ ਕੇ ਗੈਂਗਸਟਰ ਬਣ ਗਏ, ਔਰ ਉਹਦੇ ਪਿੱਛੇ ਕੋਈ ਨਾ ਕੋਈ ਪੋਲੀਟੀਕਲ ਪੈਟਰੋਨਾਈਜੇਸ਼ਨ ਹੈ, ਸੀ ਤੇ ਹੋਵੇਗੀ ਵੀ।
ਤੇ ਇਸੇ ਤਰ੍ਹਾਂ ਉਹ ਪੋਲੀਟੀਕਲ ਪੈਟਰੋਨਾਈਜੇਸ਼ਨ ਤੇ ਪੁਲਿਸ ਪੈਟਰੋਨਾਈਜੇਸ਼ਨ ਰਲ ਕੇ ਤੇ ਹਾਲਾਤ ਤਿਆਰ ਨੇ, ਆਰਥਿਕ ਹਾਲਾਤ ਤਿਆਰ ਨੇ ਕਿਉਂਕਿ ਬੇਰੁਜ਼ਗਾਰੀ ਬਹੁਤ ਹੈ, ਸਮਾਜਿਕ ਹਾਲਾਤ ਤਿਆਰ ਹੈ, ਖੇਤੀ 'ਚ ਹੁਣ ਰੁਜ਼ਗਾਰ ਹੈ ਹੀ ਨਹੀਂ, ਗੈਰ ਖੇਤੀ ਖੇਤਰ 'ਚ ਰੁਜ਼ਗਾਰ ਪੈਦਾ ਨਹੀਂ ਹੋ ਰਿਹਾ। ਔਰ ਆ ਜਿਹੜਾ ਮੈਂ ਤੇ ਕਹਾਂਗਾ ਜਿਹੜਾ ਹੁਣ ਫ੍ਰੀ ਬੀਜ ਪੰਜਾਬ 'ਚ ਦਿੱਤੀਆਂ ਜਾ ਰਹੀਆਂ ਨੇ, ਇਹਨਾਂ ਨੇ ਪੰਜਾਬੀਆਂ ਨੂੰ ਹੋਰ ਇਨਕੈਪੈਸੀਟੇਟ ਕਰ ਦੇਣਾ। ਔਰ ਮੈਨੂੰ ਕਿਸੇ ਵੇਲੇ ਡਰ ਲੱਗਦਾ ਕਿ ਇਹ ਵਿਹਲਾ ਮਨ ਜਿਹੜਾ ਕਿਤੇ ਉਧਰ ਹੋਰ ਕੰਟਰੀਬਿਊਟ ਨਾ ਕਰੇ। ਸੋ ਮੈਨੂੰ ਲੱਗਦਾ ਇਹ ਸਾਰੇ ਸੰਦਰਭ 'ਚ ਦੇਖਣ ਦੀ ਲੋੜ ਹੈ। ਤੇ ਮੈਂ ਤੇ ਇਸੇ ਕਰਕੇ ਕਹਿਣਾ ਹੁੰਦਾ ਕਿ ਭਾਈ ਪੰਜਾਬ ਨੂੰ ਲਿਵੇਬਲ ਰੱਖੋ, ਤੇ ਪੰਜਾਬ ਨੂੰ ਲਿਵੇਬਲ ਰੱਖਣ ਲਈ ਇਹ ਫ੍ਰੀ ਬੀਜ਼ ਨਹੀਂ ਰੱਖ ਸਕਦੀਆਂ, ਇਹ ਗੈਂਗਸ ਨਹੀਂ ਰੱਖ ਸਕਦਾ। ਪੰਜਾਬ ਦੇ ਵਿੱਚ ਰੁਜ਼ਗਾਰ ਪੈਦਾ ਕਰੋ। ਔਰ 3 ਚੀਜ਼ਾਂ ਕਰਕੇ ਤੁਹਾਡਾ ਯੂਥ ਬਾਹਰ ਜਾ ਰਿਹਾ। ਇੱਕ, ਤੁਹਾਡੇ ਕੋਲ ਰੁਜ਼ਗਾਰ ਨਹੀਂ, ਦੂਜਾ ਲੋਕਾਂ ਦੀ ਪਰਸੈਪਸ਼ਨ ਬਣ ਗਈ ਹੈ ਕਿ ਇੱਥੇ ਰਹਿਣ ਦਾ ਫਾਇਦਾ, ਜਾਂ ਨਸ਼ਿਆਂ 'ਚ ਯੂਥ ਪਾ ਜਾਊਗਾ ਜਾਂ ਗੈਂਗਸਟਰਸ ਪਾ ਜਾਊਗਾ ਜਾਂ ਫਸਾ ਦਿੱਤਾ ਜਾਏਗਾ। ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਕਰੈਕਟਰ ਆ ਉਹ ਚੇਂਜ ਕੀਤਾ ਜਾ ਰਿਹਾ ਹੈ। ਪਰ ਮਨਜੀਤ ਸਿੰਘ ਜੀ, ਤੁਹਾਡਾ ਸੱਭਿਆਚਾਰ, ਮਨਜੀਤ ਹੋਰੀ ਦੱਸਣਗੇ, ਸੱਭਿਆਚਾਰ ਚੇਂਜ ਹੋਏਗਾ ਕਿਉਂਕਿ ਜਦੋਂ ਵੀ ਕੋਈ ਡਿਵੈਲਪਮੈਂਟ ਜਾਂ ਅੰਡਰ ਡਿਵੈਲਪਮੈਂਟ ਹੁੰਦੀ ਹੈ, ਡਾਇਨਾਮਿਜ਼ਮ ਹੈ ਇੱਕ ਡਿਵੈਲਪਮੈਂਟ ਦਾ ਕਿ ਮਾਈਗ੍ਰੇਸ਼ਨ, ਆਊਟ ਮਾਈਗ੍ਰੇਸ਼ਨ, ਡੈਮੋਗ੍ਰਾਫੀ ਦਾ ਪੰਜਾਬ ਦੇ ਉੱਤੇ ਖਤਰਾ ਬਣਿਆ ਕਿਉਂ ਕਿਤੇ ਨਹੀਂ ਹੁੰਦਾ। ਹੁਣ ਇਨ ਮਾਈਗ੍ਰੇਸ਼ਨ, ਜਿੰਨੇ ਸਾਡੇ ਬੱਚੇ ਬਾਹਰ ਜਾ ਰਹੇ ਨੇ ਉਹਨੇ ਇੱਥੇ ਆਉਣਗੇ। ਠੀਕ ਹੈ, ਠੀਕ ਹੈ। ਪ੍ਰੈਸ ਸਾਹਿਬ ਦੱਸੋ ਮੈਨੂੰ, ਹਾਂਜੀ, ਜਿਹੜੇ ਸਾਡੇ ਸਾਬਕਾ ਡੀਜੀਪੀ ਸੀ ਪ੍ਰੋਫੈਸਰ ਮਨਜੀਤ ਸਿੰਘ ਜੀ ਭਾਵਰਾ ਜੀ, ਉਹਨਾਂ ਨੇ ਇੱਕ ਗੱਲ ਦਾ ਖੁਲਾਸਾ ਕੀਤਾ ਹੈ ਕਿ ਜਦੋਂ ਉਹਨਾਂ ਨੂੰ ਹਟਾਇਆ ਗਿਆ ਉਹਨਾਂ ਦੇ ਅਹੁਦੇ ਤੋਂ, ਉਹਨਾਂ ਦੀ ਟ੍ਰਾਂਸਫਰ ਕੀਤੀ ਗਈ, ਔਰ ਉਸ ਤੋਂ ਬਾਅਦ ਉਹ ਕੋਈ 20 ਸਵਾਲਾਂ ਦਾ ਜ਼ਿਕਰ ਕਰ ਰਹੇ, ਕਿਤੇ ਨਾ ਕਿਤੇ ਜ਼ਿਕਰ ਆ ਰਿਹਾ ਕਿ ਉਹਨਾਂ ਨੇ 20 ਸਵਾਲ ਕੀਤੇ ਸੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ। ਇਹ 20 ਸਵਾਲ ਖਾਸ ਕਰਕੇ ਪੰਜਾਬ ਦੇ ਅਮਨ ਕਾਨੂੰਨ ਨਾਲ ਸੰਬੰਧਿਤ ਹੈਗੇ ਆ। ਜਦੋਂ ਪਟਿਆਲਾ ਦੇ ਵਿੱਚ ਕੋਈ ਛੋਟਾ ਜਿਹਾ ਇੱਕ ਧਾਰਮਿਕ ਸੰਕਟ ਖੜਾ ਹੁੰਦਾ ਹੈ, ਕਲੈਸ਼ ਹੁੰਦਾ ਆ, ਉਦੋਂ ਬਾਅਦ ਉਹਦੇ ਕੰਟਰੋਲ ਕਰ ਲਿਆ ਜਾਂਦਾ। ਔਰ ਮਾਨ ਸਾਹਿਬ ਕਹਿੰਦੇ ਆ ਕਿ ਸਰਕਾਰ ਨੇ ਬਹੁਤ ਜਲਦੀ ਉਹਨੂੰ ਕੰਟਰੋਲ ਕਰ ਲਿਆ ਸੀ। ਉਸ ਤੋਂ ਬਾਅਦ ਕੋਈ ਛੋਟੀਆਂ-ਮੋਟੀਆਂ ਘਟਨਾਵਾਂ ਹੁੰਦੀਆਂ, ਬੰਬ ਬਲਾਸਟ ਹੁੰਦੇ ਆ, ਅੰਮ੍ਰਿਤਸਰ ਦੇ ਨੇੜੇ ਹੁੰਦਾ, ਮੋਹਾਲੀ 'ਚ ਹੁੰਦਾ ਆ, ਲੁਧਿਆਣੇ 'ਚ ਅਦਾਲਤ 'ਚ ਹੁੰਦਾ। ਉਸ ਤੋਂ ਬਾਅਦ ਵੀ ਸਰਕਾਰ ਇਹ ਦਾਅਵਾ ਕਰਦੀ ਹੈ, ਭਗਵੰਤ ਮਾਨ ਸਰਕਾਰ, ਕਿ ਅਸੀਂ ਇਹ ਸਾਰੀਆਂ ਘਟਨਾਵਾਂ ਨੂੰ ਬਹੁਤ ਛੇਤੀ ਇਹਨਾਂ ਦਾ ਪਤਾ ਲਾ ਲਿਆ ਕਿ ਇਹਨਾਂ ਦੇ ਪਿੱਛੇ ਕੌਣ ਹੈ। ਲੇਕਿਨ ਜਦੋਂ ਭਾਵਰਾ ਸਾਹਿਬ ਨੂੰ ਹਟਾਇਆ ਜਾਂਦਾ ਹੈ, ਭਾਵਰਾ ਸਾਹਿਬ ਦੇ 20 ਸਵਾਲ ਮੀਡੀਆ ਦੇ ਵਿੱਚ ਆਉਂਦੇ ਕਿ ਉਹਨਾਂ ਨੇ ਕੋਈ ਅਜੀਬੋ-ਗਰੀਬ 20 ਸਵਾਲ ਕੀਤੇ ਆ ਜਿਹਦਾ ਉਹ ਜਵਾਬ ਚਾਹੁੰਦੇ ਆ। ਇੱਕ ਵੇਲੇ ਸ਼ਸ਼ੀਕਾਂਤ ਜੀ ਸਾਡੇ ਨਾਲ ਬੈਠੇ ਨੇ, ਇਹਨਾਂ ਨੇ ਵੀ ਇੱਕ ਚਿੱਠੀ ਲਿਖੀ ਸੀ, ਇਹਨਾਂ ਨੇ ਵੀ ਸਵਾਲ ਪਾਏ ਸੀ ਸਰਕਾਰ ਨੂੰ, ਜਿਹਦੇ ਅੱਜ ਤੱਕ ਇਹਨਾਂ ਨੂੰ ਜਵਾਬ ਨਹੀਂ ਮਿਲੇ। ਔਰ ਸ਼ਸ਼ੀਕਾਂਤ ਜੀ ਵੀ ਬੜੇ ਸਿਆਣੇ ਨਿਕਲੇ, ਇਹਨਾਂ ਨੇ ਵੀ ਅੱਜ ਤੱਕ ਇਹ ਨਹੀਂ ਜ਼ਾਹਰ ਕੀਤਾ ਕਿ ਇਹਨਾਂ ਦੇ ਸਵਾਲ ਹੈ ਕੀ ਸੀ। ਉਹ ਕੁਛ ਇਹਨਾਂ ਨੇ ਗੱਲਾਂ ਕਹੀਆਂ ਪਰ ਹਾਲੇ ਤੱਕ ਕਲੈਰਿਟੀ ਨਹੀਂ ਹੈ ਕਿ ਕੀ ਪੁੱਛਣਾ ਚਾਹੁੰਦੇ ਸੀ ਸਰਕਾਰ ਤੋਂ। ਅੰਦਰ ਦੀ ਗੱਲ ਬਾਹਰ ਨਹੀਂ ਆਈ। ਇਸੇ ਤਰ੍ਹਾਂ ਭਾਵਰਾ ਜੀ ਦੀ ਗੱਲ ਹਾਲੇ ਤੱਕ ਅੰਦਰਲੀ ਬਾਹਰ ਨਹੀਂ ਆਈ। ਪਰ ਇੱਕ ਬੜਾ ਵੱਡਾ ਸਵਾਲ ਹੈ ਉਹਦਾ 20 ਸਵਾਲਾਂ ਦੇ ਵਿੱਚ ਕਿ ਕੀ ਜੋ ਪੰਜਾਬ ਦਾ ਮੌਜੂਦਾ ਪੰਜਾਬ ਦੇ ਹਾਲਾਤ ਨੇ, ਜੋ ਮੌਜੂਦਾ ਖਤਰਾ ਬਣਿਆ ਹੋਇਆ ਪੰਜਾਬ ਨੂੰ, ਉਹਦੇ ਵਿੱਚ ਉਹਨਾਂ 20 ਸਵਾਲਾਂ ਦੇ ਵਿੱਚ ਇਹਦੇ ਪਿੱਛੇ ਕੌਣ ਲੋਕ ਹੈਗੇ ਆ, ਕੋਈ ਇਹ ਵੀ ਸਵਾਲ ਹੋਏਗਾ ਜਾਂ ਇਹਦਾ ਵੀ ਉਹਦੇ ਵਿੱਚੋਂ ਕੋਈ ਖੁਲਾਸਾ ਹੋ ਸਕਦਾ ਹੈ, ਜਾਂ ਉਹਨਾਂ 20 ਸਵਾਲਾਂ ਦੇ ਵਿੱਚ ਇਹਦਾ ਹੱਲ ਪਿਆ ਆ। ਇੱਕ ਬੜਾ ਵੱਡਾ ਪ੍ਰੈਸਾ ਮਸਲਾ ਆ। ਇਹਨੂੰ ਤੁਸੀਂ ਕਿਵੇਂ, ਤੁਸੀਂ ਵੇਖਿਆ ਹੋਊਗਾ, ਤੁਸੀਂ ਪੜ੍ਹਿਆ ਹੋਊਗਾ ਚੰਗੀ ਤਰ੍ਹਾਂ, ਤੁਸੀਂ ਇਹਨੂੰ ਸਮਝਿਆ ਵੀ ਹੋਏਗਾ ਉਹ 20 ਸਵਾਲ ਕੀ ਹੋ ਸਕਦੇ ਆ ਔਰ ਕਿਸ ਤਰ੍ਹਾਂ ਦੇ ਲੋਕ ਜਿਹੜੇ ਆ ਉਹਦੇ ਵਿੱਚ ਹੋਣਗੇ, ਕੀ ਹੋਏਗਾ, ਥੋੜ੍ਹਾ ਜਿਹਾ ਇਹਦੇ ਬਾਰੇ ਜਾਣਕਾਰੀ ਦਿਓ ਜੀ ਪ੍ਰੈਸ ਸਾਹਿਬ। ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਆ ਰਹੀ। ਇੱਕ ਮਿੰਟ, ਮੈਂ ਹਾਂ ਹੁਣ ਆਊਗੀ ਜੀ। ਮਤਦੀਪ ਜੀ, ਚੰਗੀ ਸਰਕਾਰ ਦਾ ਇਹ ਜ਼ਰੂਰੀ ਹੈ ਕਿ ਕੋਈ ਵੀ ਜਿਹੜੀ ਕਾਮਯਾਬ ਸਰਕਾਰ ਆ, ਲੋਕਾਂ 'ਚ ਉਹਦਾ ਭਰਮ ਭਾਅ ਜਿਹਾ ਬਣਿਆ ਰਹੇ ਕਿ ਦੇਖੋ ਬਈ ਇਹ ਸਰਕਾਰ ਬੜੀ ਜ਼ਬਰਦਸਤ ਆ, ਜੇ ਫੜ ਲਿਆ ਤੇ ਛੱਡੂਗੀ ਨਹੀਂ, ਟੰਗ ਦਊਗੀ। ਇਹ ਸਰਕਾਰ ਦਾ ਮਤਲਬ ਇਟ ਮੀਨਸ ਬਿਜ਼ਨਸ, ਜਿਸ ਤਰ੍ਹਾਂ ਤੁਸੀਂ ਕਹਿੰਦੇ ਆ। ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀ ਹੁਣ ਵਾਲੀ ਸਰਕਾਰ ਆ, ਉਹਨਾਂ ਨੂੰ ਵੋਟਾਂ ਤੇ ਲੋਕਾਂ ਨੇ ਬੜੇ ਚਾਵਾਂ ਮਲਾਰਾਂ ਨਾਲ ਤੇ ਬੜੀਆਂ ਉਮੀਦਾਂ ਨਾਲ ਪਾਈਆਂ ਤੇ ਬਹੁਤ ਹੀ ਬਕਸੇ ਭਰ ਤੇ ਵੋਟਾਂ ਡੋਲਦੀਆਂ ਫਿਰਦੀਆਂ ਸੀ। 42% ਤੇ 92 ਬੰਦੇ, ਕਦੀ ਉਹਨਾਂ ਨੇ ਆਪ ਨਹੀਂ ਸੀ ਉਮੀਦ ਕੀਤੀ, ਨਾ ਕਦੀ ਸ਼ਾਇਦ ਪੰਜਾਬ ਨੇ ਉਮੀਦ ਕੀਤੀ ਹੋਊਗੀ। ਹੁਣ ਉਹ
ਸਰਕਾਰ ਤੇ ਬੜੀ ਭਾਰੀ ਬਣ ਗਈ ਹੈ, ਪਰ ਜੋ ਭਾਰ ਲੋਕਾਂ ਨੂੰ ਲੱਗਣਾ ਚਾਹੀਦਾ, ਲੋਕੀ ਕਹਿੰਦੇ ਨਹੀਂ ਇਹ ਤੇ ਹਲਕੀ ਹੈ, ਜਾਂ ਇਹਨਾਂ ਕੋਲ ਇਹ ਤੇ ਜੀ ਐਕਸਪੀਰੀਅੰਸ ਨਹੀਂ। 4 ਮਹੀਨਿਆਂ ਦੇ ਅੰਦਰ ਅੰਦਰ ਇਸ ਤਰ੍ਹਾਂ ਦੇ ਦੇਖੋ, ਮੈਂ ਇਹ ਸਮਝਦਾ ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਪਹਿਲੀ ਗੱਲ ਤਾਂ ਸਰਕਾਰ ਨੂੰ ਹਲੇ 4 ਮਹੀਨੇ ਹੋਏ ਆ। ਦੂਜੀ ਗੱਲ ਇਹ ਆ ਕਿ ਜਿਹੜੀਆਂ ਵਿਰੋਧੀ ਸੁਰਾਂ ਨੇ ਉਹਨਾਂ ਨੇ ਤੇ ਇਹੀ ਕਹਿਣਾ ਭੰਡਣਾ ਆ ਕਿ ਨਹੀਂ ਨਵੇਂ ਆ ਪੁਰਾਣੇ ਆ। ਵੀ ਇਹ ਕਿਹੜੇ ਸਾਰੇ ਪੁਰਾਣੇ ਨਵੇਂ ਪੁਰਾਣੇ ਆਏ ਸੀ, ਇਹ ਵੀ ਤਾਂ ਨਵੇਂ ਹੀ ਆਏ ਸੀ ਨਾ ਰਾਜਨੀਤੀ ਦੇ ਵਿੱਚ। ਔਰ ਨਹੀਂ ਤੁਸੀਂ ਇਸ ਤਰ੍ਹਾਂ ਨਹੀਂ, ਮੇਰਾ ਸਵਾਲ ਇਹ ਸੀ, ਮੇਰਾ ਸਵਾਲ ਮੈਂ ਤੁਹਾਡੇ ਸਵਾਲ ਤੇ ਹੀ ਆ ਰਿਹਾ, ਤੁਹਾਡੇ ਸਵਾਲ ਤੇ ਭਵਰੇ ਤੇ ਆਉਂਗਾ ਮੈਂ। ਹਾਂ, ਦੋ ਗੱਲ, ਪਹਿਲੀ ਗੱਲ ਇਹ ਆ ਕਿ ਮਹੀਨੇ 6 ਹੋ ਚੁੱਕੇ ਆ, ਉਹਨਾਂ ਨੂੰ 4 ਨਹੀਂ। ਚਲੋ 4 ਜਾਂ 6 ਮਹੀਨੇ ਕੋਈ ਸਰਕਾਰ ਮਾਰਚ 16 ਨੂੰ ਕੰਮ ਕਰਦਿਆਂ ਨੂੰ ਹਾਲੇ 4 ਕੁ ਮਹੀਨੇ ਹੀ ਹੋਏ ਆ, 2 ਕੁ ਮਹੀਨੇ ਤਾਂ ਸਮਝ ਤਾਂ ਲੱਗ ਜਾਂਦੇ ਆ। ਚਲੋ ਉਹ ਤੇ ਫਿਰ ਆਪਾਂ ਨੇ ਸਾਲ ਵੀ ਲਾ ਸਕਦੇ ਆ ਵੀ ਅਜੇ ਅਸੀਂ ਅੰਡਰ ਟ੍ਰੇਨਿੰਗ ਹੀ ਆ। ਪਰ ਗੈਂਗਸਟਰਾਂ ਦੀ ਸਮੱਸਿਆ ਤਾਂ ਬਹੁਤ ਪੁਰਾਣੀ ਹੈ ਨਾ, ਇਹ ਤਾਂ ਇਹਨਾਂ ਨੇ ਪੈਦਾ ਨਹੀਂ ਕੀਤੇ, ਇਹ ਤਾਂ ਤੁਸੀਂ ਵੀ ਕਹਿੰਦੇ ਹੋ ਨਾ। ਹਾਂ, ਇਸ ਕਰਕੇ ਜਿਹੜੀ ਕਹਿੰਦੇ ਤੁਸੀਂ ਕਿ ਵਿਰੋਧੀ ਪਾਰਟੀਆਂ ਕਰ ਰਹੀਆਂ, ਵਿਰੋਧੀ ਕਿਉਂ ਕਰ ਰਹੀਆਂ ਆ? ਉਹਨਾਂ ਨੂੰ ਆਪ ਹੀ ਪਤਾ ਹੈਗਾ ਆ, ਉਹ ਨਵੇਂ ਬੰਦੇ ਹੈਗੇ ਆ, ਲੋਕ ਉਸ ਗੱਲ ਦਾ ਉਹਨਾਂ ਨੂੰ ਟਾਈਮ ਵੀ ਦੇ ਰਹੇ ਆ। ਪਰ ਜਦੋਂ ਸਰਕਾਰ ਦਾ ਕੋਈ ਉਹ ਦਬਦਬਾ ਨਾ ਰਹੇ, ਬਹੁਤੀ ਵਾਰੀ ਕੀ ਹੁੰਦਾ, ਜੇ ਬਾਕੀ ਸਰਕਾਰਾਂ 'ਚ 10%, 15%, 20% ਨਵੇਂ ਆ ਜਾਣ, 80% ਤੇ ਪੁਰਾਣੇ ਹੁੰਦੇ ਆ। ਇੱਥੇ ਦਿੱਲੀ 'ਚ ਉਹਨਾਂ ਦੀ 10 ਸਾਲ ਸਰਕਾਰ ਹੋ ਗਈ ਚਲਦੀ ਨੂੰ, ਦਿੱਲੀ ਦੇ ਵਿੱਚ ਉਹਨਾਂ ਕੋਲ ਬੜਾ ਵੱਡਾ ਤਜਰਬਾ ਆ। ਮੈਂ ਇਸ ਕਰਕੇ ਤੁਹਾਨੂੰ ਇਸ ਕਰਕੇ ਕਾਊਂਟਰ ਕਰ ਰਿਹਾ ਕਿਉਂਕਿ ਅਸੀਂ ਇਹ ਸਿਆਸੀ ਡਿਸਕਸ਼ਨ ਨਹੀਂ ਸੀ ਕਰ ਰਹੇ, ਕਿਉਂਕਿ ਅਸੀਂ ਕੋਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨਹੀਂ ਬਿਠਾਇਆ ਹੋਇਆ। ਇਸ ਕਰਕੇ ਮੇਰਾ ਇਹ ਸਵਾਲ ਹੈ ਕਿ ਜਿਹੜਾ ਗੈਂਗਸਟਰਾਂ ਦਾ ਇਸ ਤਰ੍ਹਾਂ ਦਾ ਜਿਹੜਾ ਇੱਕ ਕਲਚਰ ਬਣ ਗਿਆ ਪੰਜਾਬ ਦੇ ਅੰਦਰ, ਇਹਦੇ ਵਿੱਚ ਜਿਹੜੇ ਭੰਵਰਾ ਜੀ ਨੇ ਸਵਾਲ ਕੀਤੇ ਆ ਸਰਕਾਰ ਨੂੰ, ਖਾਸ ਕਰਕੇ ਮੈਂ ਇਸ ਕਰਕੇ ਜ਼ੋਰ ਦੇ ਰਿਹਾ ਹਾਂ ਕਿ ਭੰਵਰਾ ਜੀ ਦੇ ਉਹ ਸਵਾਲ ਇਸ ਸਰਕਾਰ ਨੂੰ ਦੋਗੇ ਨਾ। ਠੀਕ ਹੈ ਕਰੋ, ਮੈਨੂੰ ਗੱਲ ਜੇ ਪੂਰੀ ਕਰਨ ਦਿਓ, ਮੈਂ ਤੁਹਾਡੀ ਗੱਲ ਦਾ ਹੀ ਜਵਾਬ ਦੇ ਰਿਹਾ। ਠੀਕ ਹੈ ਕਰੋ। ਹੋਇਆ ਕੀ ਹੈ ਕਿ ਫਿਰ ਇਸੇ ਤਰੀਕੇ ਨਾਲ ਜਦੋਂ ਇਹ ਲੱਗੇ ਕਿ ਭੰਵਰਾ ਜੀ ਆ ਗਏ, ਡੀਜੀਪੀ ਬਣ ਗਏ, ਉਦੋਂ ਬਾਅਦ ਯਾਦਵ ਨੂੰ ਬਣਾਤਾ, ਇਹਨਾਂ ਨੂੰ ਛੁੱਟੀ ਤੇ ਭੇਜਤਾ ਜਾਂ ਚਲੇ ਗਏ ਛੁੱਟੀ ਤੇ, ਜੋ ਵੀ ਕਹੋ। ਗੱਲ ਅੰਦਰਲੀ ਇਹ ਸੀ ਕਿ ਜੇ ਮੂਸੇਵਾਲ ਦੀ ਇਨਫੋਰਮੇਸ਼ਨ ਕਿਹਨੇ ਲੀਕ ਕੀਤੀ, ਕਿਉਂ ਉਹਦੀ ਸਿਕਿਉਰਿਟੀ ਘਟਾਈ ਗਈ, ਜੇ ਘਟਾਈ ਗਈ ਤੇ ਉਹ ਪਬਲਿਕ 'ਚ ਕਿਵੇਂ ਗਈ। ਇਹ ਦੂਸਰਾ ਐਲੀਗੇਸ਼ਨ ਇਹ ਸੀਗਾ ਕਿ ਉਹ ਜਿਹੜਾ ਇੰਟੈਲੀਜੈਂਸ ਦੇ ਹੈੱਡਕੁਆਟਰ ਤੇ ਲਾਂਚਰ ਦੇ ਨਾਲ ਕਿਸੇ ਤਰੀਕੇ ਨਾਲ ਕੋਈ ਗ੍ਰਨੇਡ ਸੁੱਟਿਆ ਗਿਆ। ਇਹਦੇ ਕਰਕੇ ਜੀ ਅਸੀਂ ਹੁਣ ਇਹ ਆਪਣਾ ਨਵਾਂ ਬੰਦਾ ਜੋੜਿਆ। ਅਸਲੀਅਤ ਇਹ ਹੈ ਕਿ ਹਰ ਕੋਈ ਪੋਲੀਟੀਕਲ ਪਾਰਟੀ ਆਪਣੇ ਪਸੰਦੀ ਦੇ ਬੰਦੇ ਜਿਹੜੇ ਉਹਨਾਂ ਨੂੰ ਪਸੰਦ ਹੋਣ ਉਹ ਲਾਉਂਦੇ ਆ, ਤੇ ਭੰਵਰਾ ਨੂੰ ਉਹਨਾਂ ਨੇ ਇੱਕ ਵਾਰ ਕਰ ਦਿੱਤਾ। ਹੁਣ ਭੰਵਰਾ ਉਹਨਾਂ ਦੀ ਜੁਰਤ ਦੇਖੋ ਕਿ ਉਹ ਇਸੇ ਕਰਕੇ ਤੇ ਵੀ ਸਵਾਲ ਸਰਕਾਰ ਨੂੰ ਕਰਦੇ ਆ, ਨਹੀਂ ਤੇ ਡੀਜੀਪੀ ਜੀ ਸਾਡੇ ਸਾਹਮਣੇ ਬੈਠੇ ਆ। ਨਾਰਮਲੀ ਇਹ ਇੰਜ ਨਹੀਂ ਹੁੰਦਾ। ਇਹ ਸ਼ਸ਼ੀਕਾਂਤ ਜੀ ਤੇ ਇੱਕ ਰੇਅਰ ਆਪਣੇ ਆਪ ਚ ਚੀਜ਼ ਹੈਗੇ ਆ ਕਿ ਉਹ ਨਹੀਂ, ਜੇ ਸੂਬਾ ਸਰਕਾਰ ਤੋਂ ਵੱਡੀ ਸਰਕਾਰ ਦਾ ਸਿਰ ਤੇ ਹੱਥ ਹੋਵੇ ਕਿਸੇ ਆਫੀਸਰ ਦੇ, ਫਿਰ ਤਾਂ ਕਰ ਸਕਦੀ ਜੁਰਤ, ਆਫੀਸਰ ਕਰ ਲੈਂਦੇ ਆ ਜੁਰਤ। ਨਹੀਂ ਇੰਜ ਦੇ ਸਿਰ ਤੇ ਕਿਸੇ ਦੇ ਉੱਤੇ ਹਰ ਕਿਹਦਾ ਹੱਥ ਹੈ ਉਹ ਲੱਭਣ ਲੱਗੋਗੇ ਤੇ ਬਹੁਤ ਹੱਥ ਹੁੰਦੇ ਆ। ਉਹ ਤੇ ਇਹਨਾਂ ਦੇ ਵੀ ਹੈਗੇ ਆ ਤੇ ਉਹਨਾਂ ਦੇ ਵੀ ਹੋਣਗੇ। ਉਹ ਹੱਥਾਂ ਦੀ ਗੱਲ ਛੱਡੋ, ਜੋ ਸਾਹਮਣੇ ਹੋ ਰਿਹਾ ਉਹ ਡੀਜੀਪੀ ਦੇ ਸਾਹਮਣੇ, ਡੀਜੀਪੀ ਵੱਲੋਂ ਇਹ ਕਹਿਣਾ ਕਿ ਮੇਰੇ 20 ਸਵਾਲ ਆ, ਮੈਂ ਤੁਹਾਡੀ ਗੱਲ ਦਾ ਜਵਾਬ ਨਹੀਂ ਦਿੰਦਾ, ਆਪ ਮੇਰੇ ਸਵਾਲਾਂ ਦਾ ਜਵਾਬ ਦਿਓ। ਉਹ ਉਸੇ ਹੀ ਇੱਕ ਹਾਲਾਤਾਂ ਚੋਂ ਨਿਕਲਦਾ ਜਿੱਥੇ ਡੀਜੀਪੀ ਭੰਵਰਾ ਉਹਨਾਂ ਨੂੰ ਇਹ ਲੱਗਦਾ ਹੋਵੇ ਕਿ ਇਹ ਬੰਦਿਆਂ ਨੂੰ ਥੋੜੀ ਜਿਹੀ ਅਕਲ ਦੇਣ ਦੀ ਲੋੜ ਹੈਗੀ ਆ, ਇਹਨਾਂ ਨੂੰ ਅਕਲ ਨਹੀਂ ਹੈ। ਮੈਨੂੰ ਬਿਨਾਂ ਇਹ ਦੱਸਿਆ, ਬਿਨਾਂ ਕਾਰਨ ਦੱਸਿਆ ਕਿ ਤੁਹਾਡੇ 'ਚ ਨੁਕਸ ਕੀ ਸੀ, ਤੁਸੀਂ ਗਲਤੀ ਕੀ ਕੀਤੀ, ਮੈਨੂੰ ਇੱਕ ਪਾਸੇ ਕਰਤਾ ਤੇ ਨਵਾਂ ਡੀਜੀਪੀ ਲਾਤਾ। ਇਹ ਵੀ ਜਿਹੜੀ ਲੋਕਾਂ 'ਚ ਸੁਨੇਹਾ ਗਿਆ, ਇਹ ਕੋਈ ਇਹੋ ਜਿਹਾ ਸੁਨੇਹਾ ਨਹੀਂ ਗਿਆ ਕਿ ਸਰਕਾਰ ਦਾ ਦਬਦਬਾ ਜਾਂ ਪੁਲਿਸ ਦਾ ਦਬਦਬਾ। ਇੰਜ ਲੱਗਦਾ ਕਿ ਜਿਵੇਂ ਸਰਕਾਰ ਇੱਕ ਪਾਸੇ ਹੋਵੇ ਤੇ ਪੁਲਿਸ ਦੂਜੇ ਪਾਸੇ ਹੋਵੇ, ਉਹਦੇ ਨਾਲ ਕਾਨੂੰਨ ਵਿਵਸਥਾ, ਗੈਂਗਸਟਰ ਵਿਵਸਥਾ ਉਹ ਜਿਹੜੀ ਪਹਿਲਾਂ ਨਾਲੋਂ ਹੋਰ ਵੀ ਵੱਧ ਤੋਂ ਬੱਤਰ ਹੋਣ ਦੇ ਚਾਂਸਸ ਬਣ ਗਏ। ਮਤਲਬ ਤੁਸੀਂ ਇਹ ਸਮਝਦੇ ਹੋ ਕਿ ਇਹਦੇ ਲਈ ਸਰਕਾਰ ਜ਼ਿੰਮੇਵਾਰ ਹੈ। ਤੇ ਜਦੋਂ ਭੰਵਰਾ ਸਾਹਿਬ ਡੀਜੀਪੀ ਸਨ ਪੰਜਾਬ 'ਚ, ਉਦੋਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਔਰ ਉਹਨਾਂ ਘਟਨਾਵਾਂ ਨੂੰ ਤੁਹਾਡੇ ਵਰਗੇ ਜਿਹੜੇ ਬੁੱਧੀਜੀਵੀ ਸੀ ਉਹਨਾਂ ਨੇ ਆਲੋਚਨਾ ਕੀਤੀ ਸਰਕਾਰ ਦੀ ਕਿ ਪੰਜਾਬ ਦਾ ਜਿਹੜੀ ਅਮਨ ਕਾਨੂੰਨ ਦਾ ਮਾਮਲਾ ਹੈ ਉਹ ਬਹੁਤ ਵਿਗੜ ਰਿਹਾ ਆ, ਸਰਕਾਰ ਤੋਂ ਕੰਟਰੋਲ ਨਹੀਂ ਹੋ ਰਿਹਾ। ਉਹ ਭੰਵਰਾ ਸਾਹਿਬ ਦੇ ਵੇਲੇ ਵੀ ਤੁਸੀਂ ਦੋਸ਼ ਲਾਏ ਆ। ਨਹੀਂ ਬਿਲਕੁਲ ਠੀਕ ਆ, ਪਰ ਇਹ ਅੱਜ ਤੱਕ ਕਿਉਂ ਨਹੀਂ ਬਾਹਰ ਆਇਆ ਕਿ ਜਿਹੜੀ ਇਨਫੋਰਮੇਸ਼ਨ ਕਿਹਨੇ ਲੀਕ ਕੀਤੀ ਸੀ? ਇਹਨਾਂ ਦੇ ਆਪਣੇ ਬੰਦਿਆਂ ਨੇ ਕੀਤੀ ਹੈ ਜਿਹੜੇ ਸੋਸ਼ਲ ਮੀਡੀਆ ਤੇ ਬਿਠਾਏ ਹੋਏ ਆ। ਭਾਈ ਤੁਸੀਂ ਹਰ ਨਿੱਕੀ ਜੀ ਗੱਲ ਨੂੰ ਜਿਹੜੀ
ਐਵੇਂ ਰਾਈ ਦੇ ਦਾਣੇ ਜਿੱਡੀ ਹੁੰਦੀ ਆ, ਤੁਸੀਂ ਪਹਾੜ ਬਣਾ ਕੇ ਬਾਹਰ ਸੋਸ਼ਲ ਮੀਡੀਆ ਤੇ ਫਲਾਣੇ ਤੇ ਪੋਸਟਰ ਲਾ ਕੇ ਕਰਦੇ ਆ, ਕੰਮ ਕੀ ਕੀਤਾ ਨਹੀਂ ਹੁੰਦਾ, ਹਵਾ ਪਹਿਲਾਂ ਬਣਾਉਣ ਲੱਗ ਜਾਂਦੇ ਆ। ਸਾਰੇ ਜਗ ਜਾ ਕੇ ਦੇਖੋ ਤਾਂ ਗੁਜਰਾਤ ਤੇ ਹਿਸਾਰ ਤੇ ਆ ਜਿਹੜਾ ਹਰਿਆਣੇ ਤੇ ਹਿਮਾਚਲ ਦੇ ਵਿੱਚ ਕੀ ਕੁਝ ਕੀਤਾ ਜਾ ਰਿਹਾ ਜਾ ਕੇ। ਇਹ ਗੱਲਾਂ ਦਾ ਕੋਈ ਫਾਇਦਾ ਨਹੀਂ, ਹਲਕਾ ਪਾਣਿਆ। ਕੰਮ ਕਰੋ, ਮਿਹਨਤ ਕਰੋ, ਲੋਕੀ ਤੁਹਾਡੀ ਇੱਜ਼ਤ ਵੀ ਕਰਨਗੇ, ਲੋਕੀ ਤੁਹਾਡੇ ਜਿਹੜੀ ਹੈ ਬਿਊਰੋਕ੍ਰੇਸੀ ਤੇ ਪੁਲਿਸ ਅਫੀਸਰ ਤੁਹਾਡੀ ਵੀ ਇੱਜ਼ਤ ਕਰਨਗੇ, ਸਰਕਾਰ ਦੀ ਵੀ ਇੱਜ਼ਤ ਕਰਨਗੇ, ਔਰ ਉਹ ਡਰਨਗੇ ਵੀ ਕਿ ਇੱਥੇ ਕੰਮ ਦੀ ਵੈਲਿਊ ਆ, ਹੋਰ ਕਿਸੇ ਗੱਲ ਦੀ ਵੈਲਿਊ ਨਹੀਂ। ਪਰ ਜੇ ਕੋਈ ਡੀਜੀਪੀ ਰੈਂਕ ਦਾ ਬੰਦਾ ਉੱਠ ਕੇ ਸਵਾਲ ਵੀ ਸਰਕਾਰ ਨੂੰ ਕਰਦਾ, ਉਹਦਾ ਅਰਥ ਕੀ ਹੈ ਕਿ ਸਰਕਾਰ ਨੂੰ ਚੁਣੌਤੀ ਹੈ। ਚਲੋ ਅਰਥ ਆਪਾਂ ਸ਼ਸ਼ੀਕਾਂਤ ਜੀ ਨੂੰ ਪੁੱਛਦੇ ਹਾਂ। ਸ਼ਸ਼ੀਕਾਂਤ ਜੀ, ਤੁਸੀਂ ਕੀ ਸਮਝਦੇ ਹੋ, ਭੰਵਰਾ ਨੇ ਜੇ ਸਵਾਲ ਕੀਤੇ ਸਰਕਾਰ ਨੂੰ, ਉਹ ਸਵਾਲ ਕਿਉਂ ਕੀਤੇ? ਉਹਦੀ ਕੀ ਖੁਦ ਇੱਕ ਡੀਜੀਪੀ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਜੇ ਸਵਾਲ ਸਰਕਾਰ ਨੂੰ ਕਰ ਰਿਹਾ ਤਾਂ ਉਹਨੇ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਈ, ਉਹਨੇ ਆਪ ਕੀ ਕੀਤਾ ਹੈ? ਦੇਖੋ, ਪੋਲੀਟੀਕਲ ਸਿਸਟਮ ਹੋ ਜਾਂ ਕੋਈ ਵੀ ਸਿਸਟਮ ਹੋਵੇ, ਉਹਦੇ 'ਚ ਸਾਰਿਆਂ ਤੋਂ ਇੰਪੋਰਟੈਂਟ ਇੱਕ ਗੱਲ ਅਨਫੋਰਚੂਨੇਟਲੀ ਹੁੰਦੀ ਹੈਗੀ ਹੈ, ਜੇ ਕੋਈ ਘਟਨਾ ਹੋ ਜਾਏ ਤਾਂ ਉਹਦਾ ਦੋਸ਼ੀ ਕਿਸੇ ਨਾ ਕਿਸੇ ਨੂੰ ਠਹਿਰਾਓ। ਇੱਕ ਫੌਜ ਦਾ ਕੋਈ ਵੀ ਸਰਕਾਰ ਹੈਗੀ ਹੈ, ਪੁਲਿਸ ਹੈਗੀ ਹੈ, ਜੋ ਵੀ ਹੈਗਾ, ਇੱਕ ਸਿਸਟਮ ਹੈਗਾ ਕਿ ਜੇ ਰਿਸਪੌਂਸਿਬਿਲਿਟੀ ਇਹ ਚੰਗੀ ਗੱਲ ਹੋਈ, ਉਹਦਾ ਕ੍ਰੈਡਿਟ ਵੀ ਕੈਪਟਨ ਨੂੰ ਮਿਲਦਾ ਹੈਗਾ, ਜਰਨੈਲ ਨੂੰ ਮਿਲਦਾ ਹੈ। ਕੋਈ ਮਾੜੀ ਘਟਨਾ ਹੋ ਜਾਏ, ਉਹਦਾ ਵੀ ਕ੍ਰੈਡਿਟ ਜਰਨੈਲ ਨੂੰ ਮਿਲਦਾ ਹੈਗਾ। ਸਟੇਟ ਦੇ ਵਿੱਚ ਜਰਨੈਲ ਕੌਣ ਹੈਗਾ? ਸਟੇਟ ਦੇ ਵਿੱਚ ਜਰਨੈਲ ਹੈਗਾ ਸਰਕਾਰ, ਚੀਫ ਮਿਨਿਸਟਰ ਵਗੈਰਾ। ਕੋਈ ਚੰਗੀ ਗੱਲ ਹੋ ਜਾਏ, ਉਹਦੇ 'ਚ ਹੁੰਦਾ ਹੈ ਕਿ ਚੀਫ ਮਿਨਿਸਟਰ ਸਾਹਿਬ ਕਹਿੰਦੇ हैं ਮੈਂ ਤੇ ਮੇਰੀ ਸਰਕਾਰ ਤੇ ਮੇਰੀ ਪਾਰਟੀ ਨੇ ਇਹ ਕਰ ਦਿੱਤਾ। ਕੋਈ ਮਾੜੀ ਘਟਨਾ ਹੋ ਜਾਏ, ਉਹਦੇ 'ਚ ਹੁੰਦਾ ਹੈਗਾ ਕਿ ਐਸਕੇਪ ਗੋਟ ਲੱਭੋ, ਇਹ ਦੋਸ਼ ਕਿਤੇ ਉੱਤੇ ਟ੍ਰਾਂਸਫਰ ਕੀਤਾ ਜਾ ਸਕਦਾ ਹੈਗਾ। ਅਸੀਂ ਤੇ ਬਿਲਕੁਲ ਦੁੱਧੇ ਤੋਲੇ ਹੈਗੇ ਨੇ, ਪਰ ਇਹ ਗਲਤੀ ਹੋਈ ਕਿਸੇ ਹੋਰ ਦੇ ਨਾਲ। ਇਹੀ ਗੱਲ ਜਦੋਂ ਉਸ ਵੇਲੇ ਘਟਨਾਵਾਂ ਹੋ ਰਹੀਆਂ ਸਨ, ਜਦੋਂ ਵਿਦੇਸ਼ ਦੇ ਡੀਜੀਪੀ ਸੀ, ਠੀਕ ਹੈਗਾ, ਉਸ ਵੇਲੇ ਵੀ ਸਰਕਾਰ ਨੂੰ ਐਡਮਿਟ ਕਰਨਾ ਚਾਹੀਦਾ ਸੀ ਕਿ ਹਾਂ ਜੀ ਅਸੀਂ ਵੀ ਰਿਸਪੌਂਸਿਬਲ ਹੈਗੇ ਹਾਂ। ਉਹ ਸਾਰੀ ਗੱਲ ਜਿਹੜੀ ਹੈਗੀ ਹੈ ਵਿਦੇਸ਼ ਦੇ ਉੱਤੇ ਆ ਗਈ, ਤਾਂ ਵੀ ਉਹਨੂੰ ਕਿਹਾ ਛੁੱਟੀ ਜਾਓ ਜਾਂ ਆਪ ਚਲਾ ਗਿਆ, ਵਾਟਐਵਰ ਇਟ ਇਜ਼। ਤੇ ਨੈਚੁਰਲੀ ਇੱਕ ਬੰਦੇ ਦੀ ਹੁੰਦੀ ਹੈ, ਤੁਸੀਂ ਜੇ ਮੇਰੇ ਉੱਤੇ ਕੋਈ ਦੋਸ਼ ਲਾਓਗੇ, ਮੇਰਾ ਤੁਸੀਂ ਕੈਰੈਕਟਰ ਅਸੈਸੀਨੇਸ਼ਨ ਕਰ ਦੋਗੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ, ਮੈਂ ਆਪਣੀ ਸਫਾਈ ਤੇ ਪੇਸ਼ ਕਰਾਂਗਾ। ਨਹੀਂ, ਸਫਾਈ ਨਹੀਂ ਉਹਨਾਂ ਨੇ ਪੇਸ਼ ਕੀਤੀ, ਉਹਨਾਂ ਨੇ ਸਵਾਲ ਕੀਤੇ ਆ ਕਿ ਸਵਾਲਾਂ ਦੇ ਵਿੱਚ ਸਵਾਲ ਜਿਹੜੇ ਉਹਨੇ ਕੀਤੇ ਹੈਗੇ ਨੇ ਉਹ ਸਫਾਈ ਹੀ ਹੈਗੇ ਨੇ ਕਿ ਤੁਸੀਂ ਇਹ ਦੱਸੋ ਜਿਸ ਤਰ੍ਹਾਂ ਮੈਂ ਕਹਿੰਦਾ ਹੋਊਗਾ, ਕੋਈ ਭੇਤ ਨਹੀਂ ਛੁਪਿਆ ਹੋਏਗਾ ਜੋ ਪੰਜਾਬ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਡਰੱਗਸ ਦਾ, ਮੈਂ ਕਹਿੰਦਾ ਡਰੱਗਸ ਪੰਜਾਬ ਦੇ ਵਿੱਚ ਹੈਗੀਆਂ ਨੇ, ਠੀਕ ਹੈ, ਇਹਦੀ ਰਿਸਪੌਂਸਿਬਿਲਿਟੀ ਸਰਕਾਰ ਤੇ ਹੁੰਦੀ ਹੈ। ਤੁਸੀਂ ਦੱਸੋਗੇ ਕਿੰਨੇ ਕੀਤਾ? ਤੁਸੀਂ ਕਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਅੱਜ ਤੱਕ? ਨਾਵਾਂ ਦਾ ਖੁਲਾਸਾ ਨਹੀਂ ਕੀਤਾ ਮੈਂ, ਨੋ ਡਾਊਟ ਅਬਾਊਟ ਇਟ। ਕਿਉਂ ਇਸ ਕਰਕੇ ਨਹੀਂ ਕੀਤਾ, ਇਸੇ ਕਰਕੇ ਮੈਂ ਨਹੀਂ ਕੀਤਾ ਕਿ ਮੇਰੀ ਕੋਈ ਵੈਲਿਊ ਨਹੀਂ ਹੈਗੀ ਹੈ। ਜਿਹੜੀ ਚੀਜ਼ ਆਂਦੀ ਹੈਗੀ ਹੈ, ਤੁਸੀਂ ਵੈਲਿਊ ਤੋਂ ਉਹਦੇ ਚ ਕੀ ਲੈਣਾ? ਤੁਸੀਂ ਨਾ ਦੱਸੋ ਨਾ, ਲੋਕਾਂ ਨੂੰ ਜਨਤਕ ਕਰੋ ਨਾ, ਲੋਕਾਂ ਨੂੰ ਪਤਾ ਲੱਗੇ ਵੀ ਉਹਦੇ ਪਿੱਛੇ ਕੌਣ ਲੋਕ ਹੈਗੇ ਆ। ਉਹਦੇ ਕੋਈ ਅਥਾਰਟੀ ਹੈਗੀ ਹੈ? ਇਸੇ ਤਰ੍ਹਾਂ ਜੇ ਭੰਵਰਾ ਦੇ ਸਵਾਲਾਂ ਦੇ ਵਿੱਚ ਜੇ ਮੈਂ ਕੋਈ ਨਾਮ ਜਨਤਕ ਕਰਦਾ, ਉਹਦੀ ਕੋਈ ਅਥਾਰਟੀ ਹੈਗੀ ਹੈ? ਇਹ ਜਦੋਂ ਸਰਕਾਰ ਵੱਲੋਂ ਮੈਂ ਸਰਕਾਰ ਨੂੰ ਕਰਾਂ, ਤੁਸੀਂ ਦੱਸੋ, ਤੁਸੀਂ ਵਾਈਟ ਪੇਪਰ ਜਾਰੀ ਕਰੋ, ਕੌਣ ਹੈਗੇ ਨੇ ਬੰਦੇ? ਤੁਸੀਂ ਅਥਾਰਟੀ ਸੀ, ਤੁਸੀਂ ਡੀਜੀਪੀ ਸੀ, ਸਰਕਾਰਾਂ ਦੀ ਉਸ ਵੇਲੇ ਦੁੱਖ ਦਬ ਜਾਂਦੀ ਹੈਗੀ ਹੈ। ਸਰ ਤੁਸੀਂ ਅਥਾਰਟੀ ਸੀ। ਵਾਈਟ ਪੇਪਰ ਇੱਕ ਡੈਮੋਕ੍ਰੇਸੀ ਦਾ ਬੇਸਿਕ ਨੋਰਮ ਹੈਗਾ, ਜਿਹਦੇ ਵਿੱਚ ਹੁੰਦਾ ਹੈਗਾ ਵਾਈਟ ਪੇਪਰ ਦੁਆਰਾ ਉਹਦੇ ਰਾਹੀਂ ਸਾਰੀ ਗੱਲ ਬਾਹਰ ਆਣੀ ਚਾਹੀਦੀ ਹੈਗੀ ਹੈ। ਵੋਟ ਆਈ ਸੈਡ ਯੈਸ, ਵਾਈਟ ਪੇਪਰ ਕਰੋ, ਜਿਹੜੇ ਬੰਦੇ ਭੰਵਰਾ ਸਾਹਿਬ ਅਥਾਰਟੀ ਨੇ, ਭੰਵਰਾ ਸਾਹਿਬ ਅਥਾਰਟੀ ਨੇ, ਤੁਸੀਂ ਵੀ ਅਥਾਰਟੀ ਰਹੇ ਹੋ ਉਦੋਂ। ਸਰਕਾਰ ਦਾ ਜਿਹੜਾ ਹੈਗਾ ਕਿ ਹਾਂ ਜੀ ਚੰਗਾ ਕੰਮ ਮੇਰਾ, ਮਾੜਾ ਕੰਮ ਜਿਹੜਾ ਹੈਗਾ ਮਦਨਜੀਤ ਦਾ, ਜਿਹੜਾ ਚੰਗੀ ਗੱਲ ਕਰ ਰਿਹਾ ਉਹ ਸ਼ਸ਼ੀਕਾਂਤ ਦੀ, ਪ੍ਰੋਫੈਸਰ ਸਾਹਿਬ ਦੀ, ਡਾਕਟਰ ਸਾਹਿਬ ਦੀ ਮਾੜੀ ਗੱਲ ਕਰ ਰਹੇ ਹੈਗੇ ਨੇ। ਜਨਤਕ ਪੱਖ ਦੀ ਗਵਾਹੀ ਦਿੰਦੇ। That's why we are asking, we always ask and probably everybody should ask for a white paper। ਤੁਸੀਂ ਅਥਾਰਟੀ ਦੇ ਨਾਲ, ਅਥੋਰਾਈਜ਼ਡ ਤਰੀਕੇ ਦੇ ਨਾਲ ਦੱਸੋ ਕਿ ਅਸਲ ਕਹਾਣੀ ਕੀ ਹੈਗੀ ਹੈ। ਉਹ ਨਾ ਡੈਮੋਕ੍ਰੇਸੀ ਦੇ ਜੋ ਨੋਰਮ ਹੈਗੀ ਹੈ, ਉਹਦੇ ਚ ਵਾਈਟ ਪੇਪਰ ਦੇ ਕਨਸੈਪਟ ਹੀ ਕੱਢ ਰਹੇ ਹੋ। ਠੀਕ ਹੈ, ਤੁਹਾਡੀ ਗੱਲ ਮੈਂ ਸਹਿਮਤ ਹਾਂ, ਲੇਕਿਨ ਮੈਂ ਇਹ ਜਾਣਨਾ ਚਾਹੁੰਦਾ ਆ, ਜਿਸ ਤਰ੍ਹਾਂ ਤੁਸੀਂ ਨਾਮਾਂ ਦਾ ਖੁਲਾਸਾ ਨਹੀਂ ਕੀਤਾ ਆਪਣੀ ਚਿੱਠੀ ਦੇ ਵਿੱਚ, ਜਿਹੜੀ ਤੁਸੀਂ ਨਸ਼ਿਆਂ ਨੂੰ ਲੈ ਕੇ ਚਿੱਠੀ ਸਰਕਾਰ ਨੂੰ ਲਿਖੀ ਸੀ, ਉਸੇ ਤਰ੍ਹਾਂ ਜਿਹੜੇ ਭੰਵਰਾ ਜੀ ਦੇ ਸਵਾਲ ਨੇ, ਉਹਦੇ ਵਿੱਚ ਵੀ ਕੋਈ ਨਾ ਕੋਈ ਭੇਤ ਹੋਵੇਗਾ ਕਿ ਜੋ ਪੰਜਾਬ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਹੈ, ਉਹਦੇ ਪਿੱਛੇ ਕੌਣ ਲੋਕ ਨੇ, ਉਹਨਾਂ ਨੇ ਕਿਤੇ ਨਾ ਕਿਤੇ ਸਰਕਾਰ ਨੂੰ ਸਵਾਲ ਕੀਤਾ ਹੋਵੇਗਾ। ਜੇ ਸਰਕਾਰ ਨੂੰ ਇਸ ਤਰ੍ਹਾਂ ਦਾ ਸਵਾਲ ਕੀਤਾ ਆ ਤਾਂ ਇਹ ਗੱਲਾਂ ਸਾਹਮਣੇ ਕਿਉਂ ਨਹੀਂ ਆਉਂਦੀਆਂ? ਇਹ ਸਾਰੀ ਉਮਰ ਭੇਤ ਬਣ ਕੇ ਕਿਉਂ ਰਹਿ ਜਾਂਦੀਆਂ? ਤੁਸੀਂ ਵੀ ਭੇਤ ਬਣਾਇਆ ਨਸ਼ੇ ਨੂੰ ਲੈ ਕੇ। ਜੇ ਕਰਕੇ ਮੈਂ ਚਿੱਠੀ ਲਿਖੀ ਸਰਕਾਰ ਨੂੰ, ਇਹ ਗੱਲ ਹੋ ਰਹੀ ਹੈ, ਤੁਸੀਂ ਇਹਦਾ ਕਲੈਰੀਫਿਕੇਸ਼ਨ ਦਿਓ। ਉਹਦੀ ਕਾਪੀ ਜਾਂਦੀ ਹੈਗੀ ਕੋਰਟਾਂ ਨੂੰ, ਇਹ ਗੱਲ ਹੈਗੀ ਹੈ, ਇਹਨੂੰ ਜਿਹੜਾ ਹੈਗਾ ਸਰਕਾਰ ਨੂੰ ਸਾਫ਼ ਕਰਨਾ ਚਾਹੀਦਾ ਹੈਗਾ। ਬਿਕੋਜ਼ ਹਰ ਬੰਦਾ ਜਾਣਦਾ ਹੈ ਇੱਕ ਰਿਸਪੌਂਸਿਬਲ ਪੋਜੀਸ਼ਨ ਜਿਹੜੀ ਹੈਗੀ ਸਰਕਾਰ ਦੀ, ਉਹਦੇ ਵੱਲੋਂ ਜਿਹੜੀ ਗੱਲ ਆਉਂਦੀ ਹੈਗੀ ਹੈ, ਲੋਕੀ ਉਹਨੂੰ ਮੰਨਣਗੇ।
ਵਰਨਾ ਹੋ ਜਾਂਦਾ ਹੈ ਕਿ ਸ਼ਸ਼ੀਕਾਂਤ ਤੇ ਗੱਲਾਂ ਮਾਰ ਜਾਂਦਾ ਹੈਗਾ, ਮਨਜੀਤ ਸਾਹਿਬ ਗੱਲਾਂ ਮਾਰ ਜਾਂਦੇ ਹੈਗੇ ਨੇ, ਪ੍ਰੋਫੈਸਰ ਸਾਹਿਬ ਨੇ ਇਹਨੇ ਗੱਲ ਕੀਤੀ ਜਿਹੜੀ ਹੈਗੀ ਹੈ, ਮੇਰੇ ਸਮੇਤ ਸਾਰੇ ਪੱਤਰਕਾਰ ਤੁਹਾਡੇ ਪਿੱਛੇ ਪੈ ਰਹੇ, ਤੁਹਾਨੂੰ ਪੁੱਛਦੇ ਰਹੇ, ਤੁਸੀਂ ਕਿਹਾ ਵੀ ਅਨਆਫੀਸ਼ੀਅਲ ਮੈਂ ਦੱਸ ਸਕਦਾ ਹਾਂ, ਮੈਂ ਜਨਤਕ ਨਹੀਂ ਕਰ ਸਕਦਾ ਨਾ, ਪਰ ਤੁਸੀਂ ਅਨਆਫੀਸ਼ੀਅਲ ਵੀ ਨਾ ਨਹੀਂ ਦੱਸੇ ਕਦੇ। ਕੇਸ ਪ੍ਰੂਫ ਜਿਹੜੀ ਗੱਲ ਕਰੋਗੇ ਤਾਂ ਪ੍ਰੂਫ ਚਾਹੀਦਾ ਹੈਗਾ। ਘੁੰਮਣ ਸਾਹਿਬ ਨੇ ਦੱਸਿਆ ਕਿ ਬਗੈਰ ਪ੍ਰੂਫ ਤੋਂ ਚਿੱਠੀ ਲਿਖੀ ਸੀ, ਕਿਤੇ ਨਾ ਕਿਤੇ ਲਿਖਿਆ ਹੋਇਆ ਹੈ, ਕਿਤੇ ਨਾ ਤੁਸੀਂ ਕਿਤੇ ਬਗੈਰ ਲਿਖਿਆ ਹੋਇਆ ਸਬੂਤ ਤੋਂ ਚਿੱਠੀ ਲਿਖੀ ਸੀ। ਜਿਹੜੀ ਗੱਲ ਮੈਂ ਅੱਜ ਕਰਨਾ ਹੈਗਾ ਤੇ ਉਹਦੀ ਅਥਾਰਟੀ ਕੀ ਹੈਗੀ ਹੈ? ਜਾਂ ਤੇ ਮੇਰੇ ਕੋਲ ਕੋਈ ਡਾਕੂਮੈਂਟ ਹੋਏ, ਡਾਕੂਮੈਂਟ ਹੋਏ ਮੈਂ ਰਿਲੀਜ਼ ਡੀਜੀਪੀ ਰਹੇ ਹੋਏ ਹੋ, ਡੀਜੀਪੀ ਤੋਂ ਬਾਅਦ ਕਿਹੜੀ ਅਥਾਰਟੀ ਹੋ ਸਕਦੀ ਹੈ ਸਰ? ਕਮ ਠੀਕ ਹੈ ਜੀ, ਮੈਂ ਕਹਿਣਾ ਹੈਗਾ ਤੁਸੀਂ, ਮੈਂ ਚਲੋ ਕੱਲ ਇੱਕ ਨਾਂ ਲੈਣਾ, ਤੁਸੀਂ ਗਾਰੰਟੀ ਦਿਓ ਕਿ ਉਹਨੂੰ ਫਾਹੇ ਲਾ ਦਿਓਗੇ सर चलो हाँ डन। और कल मैं एक ना लेना है, सारे नहीं एक ना लेना है, तुसी इंश्योर करो कि उन्होंने फाहे ला देता, मेरी कोई मजाक नहीं बनेगा, मेरे उत्ते कोई उंगल उठाएगा, तुसी इंश्योर करो कि उन्होंने फाहे ला दोगे। मैं कल एक सर डरो ना तुसी डरो ना। डरदा कौन है? डरो ना मैं नशर करदा ना, मैं नशर करदा, मेरे ते जिन्ने कुछ करना कर लवे, मैं नहीं डरदा। उस वेले नहीं डरया जदों मेरे उत्ते इतने हमले होंदे रहेगे, हुन भी होंदे रहे, मैं छाती खोल के घुमदा हैगा, जिन्हें मारना मार दो सर, वैसे भी मदनदीप जी देखो पुलिस ਦਾ ਕੰਮ ਆ ਤਹਿਕੀਕਾਤ ਕਰਨਾ, ਸਰਕਾਰ ਦੇ ਆਰਡਰਾਂ ਨੂੰ ਰਿਸਪੌਂਡ ਕਰਨਾ। ਪੁਲਿਸ ਦਾ ਕੰਮ ਇਹ ਨਹੀਂ ਹੈ ਕਿ ਪਬਲਿਕ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਨਾਂ ਦੱਸਦੇ ਫਿਰਨਾ ਤੇ ਚਿੱਠੀ ਲਿਖਣ ਦਾ ਫਿਰ ਕੀ ਮਤਲਬ ਹੁੰਦਾ ਹੈ? ਤੇ ਪੁਲਿਸ ਜਿਹੜੀ ਹੈ ਜਾਂ ਵਿਜੀਲੈਂਸ ਹੈ, ਜੋ ਵੀ ਇਨਕੁਆਇਰੀ, ਉਹ ਪੂਰੇ ਨਾਂ ਤੈਅ ਕਰਕੇ ਵਿਦ ਡਾਕੂਮੈਂਟ ਦੱਸੂਗੀ। ਜਿੱਥੇ ਡਾਕੂਮੈਂਟ ਨਹੀਂ ਆ ਉਹ ਆਪਣੇ ਆਈਡੀਆ ਦਊਗੀ। ਇਹ ਹੋਮ ਮਿਨਿਸਟਰ ਦਾ ਕੰਮ ਆ ਪਬਲਿਕਲੀ ਜਾ ਕੇ ਦੱਸਣਾ ਕਿ ਸਾਨੂੰ ਆ ਕੁਝ ਪਤਾ ਲੱਗਾ, ਅਸੀਂ ਐਕਸ਼ਨ ਕਰ ਰਹੇ ਹਾਂ। ਆਪਾਂ ਉਲਟੇ ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਮੀਡੀਆ ਨੂੰ ਇਹ ਦੱਸਣਾ ਕੋਈ ਹਰਜ ਨਹੀਂ ਕਿ ਅਸੀਂ ਚਿੱਠੀ ਲਿਖੀ ਹੈ, ਪਰ ਇਹ ਨਹੀਂ ਦੱਸਣਾ ਵੀ ਚਿੱਠੀ ਲਿਖੀ ਕਾਹਦੇ ਲਈ ਹੈ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਨਹੀਂ ਉਹ ਤੇ ਦੇਖੋ ਇਹ ਤੇ ਗੱਲ ਠੀਕ ਹੈ। ਵਾਹ ਹੁਣ ਜਿੰਨੇ ਕੁਮਰ ਵਿਜੇ ਪ੍ਰਤਾਪ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਤੇ ਕੀ ਹਾਲ ਹੋਇਆ? ਤੁਸੀਂ ਹੁਣ ਇਹਨਾਂ ਦਾ ਵੀ ਇਹੋ ਜਿਹਾ ਕਰਾਉਣਾ ਚਾਹੁੰਦੇ ਆ? ਤੁਸੀਂ ਇਹਨਾਂ ਦੇ ਗਵਾਹ ਨਾ ਬਣੋ। ਮੈਂ ਗਵਾਹ ਨਹੀਂ ਬਣ ਰਿਹਾ। ਸਭ ਜਾਣਦੇ, ਸ਼ਸ਼ੀਕਾਂਤ ਜੀ ਸਭ ਜਾਣਦੇ ਆ। ਸ਼ਸ਼ੀਕਾਂਤ ਜੀ ਕਈ ਸਾਲਾਂ ਤੋਂ ਰੌਲਾ ਪਾ ਰਹੇ ਆ। ਸ਼ਸ਼ੀਕਾਂਤ ਜੀ ਕਹਿ ਰਿਹਾ ਕਿ ਮੈਂ ਦੱਸਦਾ ਤੁਹਾਨੂੰ ਇਹਦੇ ਪਿੱਛੇ ਕੌਣ ਲੋਕ ਆ, ਇਹ ਦੱਸ ਕੇ ਵੀ ਆਏ ਆ, ਪਰ ਅੱਗੋਂ ਜਨਤਕ ਨਹੀਂ ਕਰਦੇ। ਅਸੀਂ ਉਮੀਦ ਕਰਦੇ ਸੀ ਸ਼ਸ਼ੀਕਾਂਤ ਜੀ ਜਨਤਕ ਕਰਨਗੇ, ਸਾਨੂੰ ਪਤਾ ਲੱਗ ਜਾਊਗਾ ਸੱਚ ਕੀ ਹੈ। ਜੋ ਹੁੰਦਾ ਹੋ ਜਾਏ। ਸ਼ਸ਼ੀਕਾਂਤ ਜੀ ਪ੍ਰੋਫੈਸਰ ਸਾਹਿਬ, ਕੁਮਰ ਸਾਹਿਬ, ਮੇਰੀ ਕਿੱਚੀ ਫਾਲ ਨਜ਼ਰ ਆਉਂਦੀ ਹੈ ਤੁਹਾਨੂੰ? ਬਸ ਹੋਰ ਕਿੱਚੀ ਨਜ਼ਰ ਨਹੀਂ ਆਉਂਦੀ? ਤੁਸੀਂ ਡਰ ਗਏ। ਖੈਰ ਨਹੀਂ ਦੇਖੋ ਡਰਨ ਵਾਲੀ ਡਾਕਟਰ ਆਰ.ਐਸ. ਘੁੰਮਣ ਹੋਣਾ ਤੋਂ ਮੈਂ ਥੋੜਾ ਜਿਹਾ ਜਾਣਨਾ ਚਾਹੁੰਦਾ ਹਾਂ। ਜਿਹੜੀ ਸਿਆਣਪ ਵਾਲੀ ਗੱਲ ਕੋਈ ਇਦਾਂ ਹੈ ਕਿ ਜੀ ਕੁਝ ਜਿਹੜੇ ਨਾਂ ਨੇ ਨਾ, ਉਹ ਏਜੰਸੀਆਂ ਨੇ, ਏਜੰਸੀਆਂ ਸਰਕਾਰਾਂ ਨੂੰ ਜਵਾਬਦੇਹ ਨੇ, ਸਰਕਾਰ ਲੋਕਾਂ ਨੂੰ ਜਵਾਬਦੇਹ ਹੈ। ਠੀਕ ਹੈ। ਸੋ ਇਸ ਕਰਕੇ ਜਿਹੜੀਆਂ ਵੀ ਕੋਈ ਏਜੰਸੀ ਹੈ, ਕੋਈ ਇੰਸਟੀਟਿਊਸ਼ਨ ਹੈ, ਉਹ ਡਾਇਰੈਕਟਲੀ ਲੋਕਾਂ ਨੂੰ ਜਵਾਬਦੇਹ ਨਹੀਂ ਹਨ, ਉਹ ਸਰਕਾਰਾਂ ਡਾਇਰੈਕਟਲੀ ਲੋਕਾਂ ਨੂੰ ਜਵਾਬਦੇਹ ਨੇ। ਤੇ ਮੈਨੂੰ ਲੱਗਦਾ ਹੈ ਕਿ ਗੜਬੜ ਜਿਹੜੀ ਹੋਈ ਹੈ ਕਿ ਸਰਕਾਰਾਂ ਨੇ ਬੇਈਮਾਨੀ ਕੀਤੀ ਹੈ, ਪੋਲੀਟੀਕਲ ਲੀਡਰਸ਼ਿਪ ਨੇ ਬੇਈਮਾਨੀ ਕੀਤੀ ਹੈ, ਇਹ ਮੰਨ ਲੈਣੀ ਚਾਹੀਦੀ ਹੈ। ਤੇ ਉਹਦੇ ਵਿੱਚ ਹੋ ਸਕਦਾ ਕੋਈ ਅਫਸਰਾਂ ਵੀ ਭਾਈਵਾਲ ਹੋਣ, ਅਫਸਰਾਂ ਨੇ ਵੀ ਕੀਤੀ ਹੋਵੇ ਤੇ ਕਰਵਾਈ ਵੀ ਹੋਵੇ। ਇਹ ਆਪਾਂ ਸਿਸਟਮ ਦੀ ਤਾਂ ਗੱਲ ਕਰ ਲਈਏ ਨਾ ਕਿ ਕੋਈ ਬੰਦਾ, ਹੁਣ ਮੈਂ ਨਸ਼ਿਆਂ ਦੀ ਸਟੱਡੀ ਕੀਤੀ ਹੈ ਬਹੁਤ ਵੱਡੀ 5 ਸਟੇਟਾਂ ਦੀ, ਅਸੀਂ 2 ਸਾਲ ਲੱਗੇ, ਨਾਂ ਵੀ ਆਏ ਨੇ, ਅਸੀਂ ਨਾਂ ਨਹੀਂ ਸੀ ਲਿਖ ਸਕਦੇ। ਹਾਲਾਂਕਿ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ, ਪੋਲੀਟੀਸ਼ੀਅਨ ਤੇ ਸਮਗਲਰ ਦਾ ਨੈਕਸਸ ਹੈ, ਇਹ ਅਸੀਂ ਲਿਖ ਦਿੱਤੀ ਉਹਦੇ ਵਿੱਚ। ਪਰ ਕਿਹੜੇ ਪੋਲੀਟੀਸ਼ੀਅਨ, ਕਿਹੜੇ ਪੁਲਿਸ ਅਫੀਸਰ, ਕਿਹੜੇ ਸਮਗਲਰ, ਸਾਨੂੰ ਪਤਾ। ਠੀਕ ਹੈ ਨਾ। ਸੋ ਮੈਨੂੰ ਲੱਗਦਾ ਹੈ ਕਿ ਇੱਕ ਗੱਲ, ਜੇ ਇਹ ਵਾਈਟ ਪੇਪਰ ਇਕਨੋਮੀ ਤੇ ਕਰ ਸਕਦੇ ਨੇ ਤੇ ਵਾਈਟ ਪੇਪਰ ਨਸ਼ਿਆਂ ਤੇ ਵੀ ਕਰਨ, ਵਾਈਟ ਪੇਪਰ ਗੈਂਗਵਾਦ ਤੇ ਵੀ ਕਰਨ, ਹੈ ਨਾ। ਸੋ ਮੈਨੂੰ ਲੱਗਦਾ ਕਿ ਅਫਸਰ ਜਿਹੜੇ ਹੁੰਦੇ ਨੇ ਨਾ, ਅਫਸਰ ਤਾਂ ਸਰਕਾਰਾਂ ਨਾਲ ਚੱਲਦੇ ਨੇ, ਤੇ ਬਹੁਤੀ ਵਾਰੀ ਜਿਹੜੀ ਹੇਠਲੇ ਲੈਵਲ ਦੀ ਜੁਡੀਸ਼ਰੀ ਹੈ ਉਹ ਵੀ ਸਰਕਾਰਾਂ ਨਾਲ ਚੱਲਦੀ ਹੈ। ਸੋ ਮੈਨੂੰ ਲੱਗਦਾ ਕਿ ਐਕਚੁਅਲੀ ਜੋ ਡਾਇਰੈਕਟ ਜਵਾਬਦੇਹ ਹੈ ਸਾਨੂੰ, ਉਹ ਸਾਡੇ ਚੁਣੇ ਹੋਏ ਨੁਮਾਇੰਦੇ ਨੇ,
ਤੇ ਤੁਹਾਨੂੰ ਵੀ ਮੀਡੀਆ ਨੂੰ ਤੇ ਸਾਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜਿਹੜੇ ਸ਼ਸ਼ੀ ਕਾਂਤ ਜੀ ਨੇ ਤੁਹਾਨੂੰ ਸਵਾਲ ਪੁੱਛੇ ਸਾਨੂੰ ਦੱਸੋ। ਜਿਹੜੇ ਸ਼ਸ਼ੀ ਕਾਂਤ ਜੀ ਨੇ ਲਿਖ ਕੇ ਦਿੱਤਾ ਕੋਰਟ ਉਹ ਜਨਤਕ ਨਹੀਂ ਕਰ ਰਹੇ। ਹਾਂ, ਜਿਹੜੇ ਗੈਂਗਵਾਦ ਦੇ ਸੰਬੰਧ ਚ ਏਜੰਸੀਆਂ ਨੇ ਤੁਹਾਨੂੰ ਰਿਪੋਰਟਾਂ ਦਿੱਤੀਆਂ ਨੇ ਉਹ ਸਾਨੂੰ ਕਿਉਂ ਨਹੀਂ ਦੱਸ ਰਹੇ। ਠੀਕ ਹੈ, ਤਾਂ ਮੈਨੂੰ ਲੱਗਦਾ ਕਿ ਆਪਾਂ ਉਹਨਾਂ ਨੂੰ ਕਹੀਏ ਇਹ ਅਸੀਂ ਇਹਨਾਂ ਨੂੰ ਕਹਾਂਗੇ ਨਹੀਂ, ਸਰਕਾਰਾਂ ਨੂੰ ਤਾਂ ਕਹੀਦਾ ਹੀ ਹੈ, ਪਰ ਜਦੋਂ ਤੁਸੀਂ ਜ਼ਿੰਮੇਵਾਰੀ ਤੋਂ ਬਾਹਰ ਆ ਜਾਂਦੇ ਹੋ, ਡਿਊਟੀ ਤੋਂ ਬਾਹਰ ਆ ਜਾਂਦੇ ਹੋ, ਜਦੋਂ ਤੁਸੀਂ ਐਕਸ ਹੋ ਜਾਂਦੇ ਹੋ, ਜਦੋਂ ਤੁਸੀਂ ਸੇਵਾ ਮੁਕਤ ਹੋ ਜਾਂਦੇ ਹੋ, ਉਸ ਤੋਂ ਬਾਅਦ ਜੇ ਤੁਸੀਂ ਜਨਤਾ ਵੱਲੋਂ ਸਵਾਲ ਕਰਦੇ ਹੋ, ਜਦੋਂ ਤੁਸੀਂ ਖੁਦ ਜਨਤਾ ਦੇ ਵਿੱਚ ਸ਼ਾਮਲ ਹੋ ਜਾਂਦੇ ਹੋ, ਉਸ ਤੋਂ ਬਾਅਦ ਤੁਹਾਡੀਆਂ ਜਨਤਾ ਲਈ ਵੀ ਕੁਝ ਜਵਾਬਦੇਹੀਆਂ ਹੁੰਦੀਆਂ। ਇਹ ਨਹੀਂ ਕਿ ਤੁਸੀਂ ਸਿਰਫ ਨਹੀਂ ਮੈਂ ਮੀਡੀਆ ਨੂੰ ਉਲਟਾ ਪੁੱਛਦਾ ਕਿ ਭੰਵਰਾ ਜੀ ਨੇ, ਤੁਸੀਂ ਭੰਵਰਾ ਜੀ ਨੂੰ ਕਿਉਂ ਪੁੱਛ ਰਹੇ ਹੋ ਕਿ ਦੱਸੋ ਸਾਨੂੰ ਕਿਸ ਸਵਾਲ ਕਿਹੜੇ ਕੀਤੇ? ਨਹੀਂ, ਭੰਵਰਾ ਜੀ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਪੁੱਛੋ ਜਾਂ ਪੰਜਾਬ ਦੇ ਮੌਜੂਦਾ ਡੀਜੀ ਨੇ ਪੁੱਛੋ ਕਿ ਉਹ ਸਵਾਲ ਦੱਸੋ ਸਾਨੂੰ ਕਿ ਕਿਹੜੇ ਕੀਤੇ ਨੇ ਉਹਨਾਂ ਨੇ। ਪਰ ਨਹੀਂ, ਉਹ ਕਦੇ ਨਹੀਂ ਸ਼ੋਅ ਕਰਨਗੇ, ਕਦੇ ਜ਼ਾਹਰ ਨਹੀਂ ਕਰਨਗੇ, ਕਿਉਂਕਿ ਚਿੱਠੀਆਂ ਦੇ ਵਿੱਚ, ਸਵਾਲਾਂ ਦੇ ਵਿੱਚ ਬਹੁਤ ਸਾਰੇ ਭੇਦ ਛੁਪੇ ਹੁੰਦੇ ਆ ਜਿਹਦਾ ਕਦੇ ਵੀ ਖੁਲਾਸਾ ਨਹੀਂ ਹੁੰਦਾ, ਚਾਹੇ ਜਿੰਨੇ ਮਰਜ਼ੀ ਡੀਜੀਪੀ ਰਿਟਾਇਰ ਹੋ ਜਾਣ ਜਾਂ ਜਿੰਨੇ ਮਰਜ਼ੀ ਅਧਿਕਾਰੀ ਸੇਵਾ ਮੁਕਤ ਹੋ ਜਾਣ। ਜਿਹੜਾ ਉਹਦੇ ਵਿੱਚ ਭੇਦ ਛੁਪਿਆ ਰਹਿੰਦਾ ਆ ਉਹ ਗਵਾਹੀ ਬਣਨਾ ਚਾਹੀਦਾ। ਜੇ ਸ਼ਸ਼ੀ ਕਾਂਤ ਜੀ ਨੂੰ ਪਤਾ ਸੀ, ਉਹ ਆਂਦੇ ਹੀ ਨਹੀਂ ਲੋਕਾਂ ਸਾਹਮਣੇ। ਸਾਰੇ ਗੋਪਨੀਯਤਾ ਦੀ, ਉਹਨਾਂ ਨੂੰ ਕੌਨਫੀਡੈਂਸ਼ੀਅਲਟੀ ਦੀ ਸਹੁੰ ਚੁਕਾਈ ਜਾਂਦੀ ਹੈ। ਨਹੀਂ, ਭਾਵੇਂ ਤੁਸੀਂ ਪੱਕਾ ਕਰ ਦੋ ਪਰ ਸਾਹਿਬ ਵੀ ਕੋਈ ਵੀ ਬੰਦਾ ਆ ਕੇ ਸਰਕਾਰ ਦੇ ਖਿਲਾਫ ਨਾ ਬੋਲੇ। ਨਹੀਂ ਇੰਜ ਨਹੀਂ। ਮੈਂ ਔਨ ਰਿਕਾਰਡ ਇਹ ਕਹਿਣਾ ਜੀ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਸਾਨੂੰ ਜਵਾਬਦੇਹ ਨੇ। ਚੀਫ ਮਿਨਿਸਟਰ ਵੀ ਪਹਿਲਾਂ ਐਮਐਲਏ ਹੈ, ਫਿਰ ਚੀਫ ਮਿਨਿਸਟਰ ਹੈ। ਪ੍ਰਾਈਮ ਮਿਨਿਸਟਰ ਪਹਿਲਾਂ ਐਮਪੀ ਹੈ, ਫਿਰ ਪ੍ਰਾਈਮ ਮਿਨਿਸਟਰ ਹੈ। ਉਹ ਸਾਨੂੰ ਕਿਉਂ ਨਹੀਂ ਦੱਸਦੇ ਕਿ ਅਸਲੀ ਗੱਲ ਕੀ ਹੈ? ਇਹ ਅਫਸਰ ਨਹੀਂ ਦੱਸ ਸਕਦੇ। ਮੈਂ ਤਾਂ ਕਹਿੰਦਾ ਜੇ ਕੋਈ ਅਫਸਰ ਥੋੜਾ ਬਹੁਤਾ ਹੌਸਲਾ ਕਰਦਾ ਤੇ ਉਹਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ। ਠੀਕ ਹੈ। ਤੇ ਸਰ ਮੈਂ ਇੱਕ ਤੁਹਾਨੂੰ ਸਵਾਲ ਕਰਦਾ ਆ ਕਿ ਜਿਹੜੇ ਅਧਿਕਾਰੀ ਹੈ ਸਰਕਾਰੀ, ਕੀ ਉਹ ਪਬਲਿਕ ਸਰਵੈਂਟ ਨਹੀਂ ਹੈਗੇ ਕਾਨੂੰਨਨ? ਨਹੀਂ, ਪਬਲਿਕ ਸਰਵੈਂਟ ਹੈ। ਇਹ ਪਬਲਿਕ ਸਰਵੈਂਟ ਤਾਂ ਪਬਲਿਕ ਦੇ ਪ੍ਰਤੀ, ਜਨਤਾ ਦੇ ਪ੍ਰਤੀ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ ਹੈ। ਉਹ ਪਬਲਿਕ, ਮੈਂ ਕਹਿੰਦਾ ਕਿ ਉਹ ਡਾਇਰੈਕਟਲੀ ਜਵਾਬਦੇਹ ਨਹੀਂ ਹਨ। ਉਹ ਡਾਇਰੈਕਟਲੀ ਜਵਾਬਦੇਹ ਨੇ ਉਹਨਾਂ ਆਪਣੇ ਬੌਸਸ ਨੂੰ। ਉਹਨਾਂ ਦੇ ਬੌਸਸ, ਉਹ ਜਿਹੜੀ ਸਰਕਾਰ ਹੈ ਨਾ, ਉਹ ਜਵਾਬਦੇਹ ਹੈ ਲੋਕਾਂ ਨੂੰ ਡਾਇਰੈਕਟਲੀ। ਉਹ ਪਬਲਿਕ ਸਰਵੈਂਟ ਹੈਗੇ ਨੇ, ਇਹ 'ਚ ਕੋਈ ਸ਼ੱਕ ਨਹੀਂ। ਉਹਨਾਂ ਨੂੰ ਪਬਲਿਕ ਦੇ ਹਿੱਤਾਂ ਵਿੱਚ ਕੰਮ ਕਰਨਾ ਚਾਹੀਦਾ ਹੈ। ਉਹ ਜਦੋਂ ਨੌਕਰੀ 'ਚ ਨੇ ਉਦੋਂ ਉਹਨਾਂ ਨੂੰ ਰੂਲ ਬੁੱਕ ਦੇ ਮੁਤਾਬਕ ਕੰਮ ਕਰਨਾ ਚਾਹੀਦਾ, ਜਿਹੜੀ ਰੂਲ ਬੁੱਕ ਹੈ, ਨਾ ਕਿ ਕਿਸੇ ਦੇ ਪਰਸਨਲ ਨੌਕਰ ਬਣ ਕੇ। ਉਹ ਓਵਰ ਦਾ ਪੀਰੀਅਡ ਆਫ ਟਾਈਮ ਹੈ ਕਿ ਅਫਸਰ ਮੰਤਰੀਆਂ ਦੇ, ਸਰਕਾਰਾਂ ਦੇ ਨਿੱਜੀ ਨੌਕਰ ਬਣ ਗਏ, ਉਹ ਲੋਕਾਂ ਦੇ ਨੌਕਰ ਨਹੀਂ ਰਹੇ। ਇੱਥੇ ਗੜਬੜ ਹੋਈ ਹੈ। ਇਹ ਵੱਖਰੀ ਗੱਲ ਹੈ, ਇਹ ਵੱਖਰੀ ਗੱਲ ਆ। ਇਹੀ ਤਾਂ ਮੈਂ ਕਹਿ ਰਿਹਾ ਵਾਰ-ਵਾਰ ਕਿ ਸਰਕਾਰ ਤੋਂ ਡਰਨਾ, ਆਪਣੇ ਅਹੁਦੇ ਦੀ ਜਿਹੜੀ ਥੱਲੋਂ ਕੁਰਸੀ ਨਾ ਖਿਸਕ ਜਾਏ ਉਹਦੇ ਤੋਂ ਡਰਨਾ। ਲੇਕਿਨ ਜਿਹੜੀ ਆਪਾਂ ਇੱਕੋ ਗੱਲ ਕਰ ਰਹੇ, ਤੁਸੀਂ ਵੀ ਉਹੀ ਗੱਲ ਕਰ ਰਹੇ, ਮੈਂ ਵੀ ਉਹੀ ਗੱਲ ਕਰ ਰਿਹਾ ਕਿ ਜਦੋਂ ਤੁਸੀਂ ਰੂਲ ਬੁੱਕ ਨੂੰ ਪਾਸੇ ਰੱਖ ਕੇ ਤੁਹਾਡਾ ਇਮੀਡੀਏਟ ਬੌਸ ਮਿਨਿਸਟਰ ਹੈ ਜਾਂ ਐਮਐਲਏ ਜਾਂ ਹਲਕਾ ਇੰਚਾਰਜ ਜਾਂ ਕਿਸੇ ਨੂੰ, ਉਹਨੂੰ ਸਲਾਮ ਮਾਰੋਗੇ ਤੇ ਉਹਦੀਆਂ ਵਿਮਸ ਦੇ ਮੁਤਾਬਕ ਕੰਮ ਕਰੋਗੇ, ਫਿਰ ਲੋਕਾਂ ਲਈ ਕੰਮ ਨਹੀਂ ਕਰ ਰਹੇ ਤੁਸੀਂ ਉਹਦੇ ਮੁਤਾਬਕ। ਬਿਲਕੁਲ ਮੈਂ ਵੀ ਇਹੀ ਕਹਿ ਰਿਹਾ। ਇਹ ਹੈ ਅਸਲ 'ਚ ਗੱਲ। ਪਰ ਮੈਂ ਕਹਿੰਦਾ ਕਿ ਤੁਹਾਡੇ ਸਿਸਟਮ 'ਚ ਇੰਨਾ ਵਿਗਾੜ ਆ ਗਿਆ ਕਿ ਤੁਹਾਡਾ, ਇਸ ਸਰਕਾਰਾਂ ਨੇ ਪਿਛਲੇ 15-20 ਸਾਲਾਂ 'ਚ ਇਹੋ ਜਿਹਾ ਕੰਮ ਕਰ ਦਿੱਤਾ ਕਿ ਕੋਈ ਇੰਸਟੀਟਿਊਸ਼ਨ ਦੀ ਸੈਂਕਟਿਟੀ ਰਹਿਣ ਹੀ ਨਹੀਂ ਦਿੱਤੀ। ਭਾਵੇਂ ਉਹ ਐਸਐਸਪੀ ਦੇ ਦਫ਼ਤਰ ਦੀ ਹੋਵੇ, ਭਾਵੇਂ ਡੀਸੀ ਦੇ ਦਫ਼ਤਰ ਦੀ ਹੋਵੇ, ਭਾਵੇਂ ਕਿਸੇ ਹੋ। ਇਹ ਐਸਾ ਹਲਕਾ ਇੰਚਾਰਜ ਵਾਲਾ ਇਹਨਾਂ ਨੇ ਲਿਆਂਦਾ। ਮੈਨੂੰ ਲੱਗਦਾ ਕਿ ਮੇਰਾ ਖਿਆਲ ਇਹਦੇ ਵਿੱਚ ਕੇਂਦਰ ਦੀ ਜਿਹੜੀ ਭੂਮਿਕਾ ਹੈ, ਅਸੀਂ ਉਹਨੂੰ ਇਗਨੋਰ ਕਰ ਰਹੇ ਹਾਂ। ਖਾਸ ਕਰਕੇ ਅਸੀਂ ਜਿਹੜਾ ਇੱਕ ਗੈਂਗਸਟਰਾਂ ਦਾ ਜਿਹੜਾ ਖਤਰਾ ਹੈ ਪੰਜਾਬ ਦੇ ਅੰਦਰ, ਜਿਹਦੇ ਸੀ ਜਿਹੜੇ ਮੁੱਦੇ ਤੇ ਗੱਲ ਕਰ ਰਹੇ ਸੀ, ਅਸੀਂ ਉਹਦੇ ਤੇ ਥੋੜੀ ਜਿਹੀ, ਮੈਂ ਦੁਬਾਰਾ ਤੁਹਾਡੇ ਕੋਲ ਆਉਣਾ ਡਾਕਟਰ ਸਾਹਿਬ। ਤੁਸੀਂ ਬਹਿਸ ਨੂੰ ਦੂਜੇ ਪਾਸੇ ਲੈ ਗਏ ਨਾ। ਨਹੀਂ, ਮੈਂ ਦੂਜੇ ਪਾਸੇ ਨਹੀਂ, ਮੈਂ ਭੰਵਰਾ ਸਾਹਿਬ ਦੀ ਚਿੱਠੀ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਸੀ। ਪਰ ਮੈਂ ਇੱਕ ਵਾਰ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਕੋਲੇ ਜਾਣਾ ਚਾਹੁੰਦਾ ਹਾਂ। ਉਹ ਸਮਾਜਿਕ ਵਿਗਿਆਨੀ ਨੇ, ਸਮਾਜ ਦੇ ਸ਼ਾਸਤਰ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਆ। ਪ੍ਰੋਫੈਸਰ ਸਾਹਿਬ, ਇੱਕ ਗੱਲ ਦੱਸੋ,
ਇਹਦੇ ਵਿੱਚ ਜਿਹੜੀ ਕੇਂਦਰ ਦੀ ਭੂਮਿਕਾ ਹੈ ਉਹਦੇ ਬਾਰੇ ਅਸੀਂ ਜ਼ਿਕਰ ਨਹੀਂ ਕਰਦੇ। ਮਿਸਾਲ ਦੇ ਤੌਰ ਤੇ ਕੈਨੇਡਾ 'ਚ ਬੈਠੇ ਗੈਂਗਸਟਰ ਪੰਜਾਬ ਨੂੰ ਧਮਕੀਆਂ ਦੇ ਰਹੇ ਆ, ਪੰਜਾਬ ਨੂੰ ਹਿਲਾ ਰਹੇ ਆ, ਉੱਥੋਂ ਇੱਕ ਤਰ੍ਹਾਂ ਨਾਲ ਡਰਾਈਵ ਕਰ ਰਹੇ ਆ ਬੈਠੇ ਗੈਂਗਸਟਰਾਂ ਨੂੰ ਪੰਜਾਬ ਦੇ ਅੰਦਰ। ਮਹਾਰਾਸ਼ਟਰ ਤੋਂ ਵੀ ਅਰੇਂਜ ਕਰਦੇ ਆ ਉਹ ਗੈਂਗਸਟਰ, ਭਾਰਤ ਦੇ ਹੋਰ ਸੂਬਿਆਂ ਤੋਂ ਵੀ ਗੈਂਗਸਟਰ ਅਰੇਂਜ ਕਰਦੇ ਆ, ਔਰ ਪੰਜਾਬ ਦੇ ਵਿੱਚ ਉਹਨਾਂ ਨੇ ਐਕਟਿਵ ਕੀਤੇ ਹੋਏ ਆ। ਔਰ ਭਾਰਤ ਸਰਕਾਰ ਇਹਦੇ ਵਿੱਚ ਚੁੱਪਚਾਪ ਸਿਰਫ ਦੇਖ ਰਹੀ ਹੈ ਕਿ ਪੰਜਾਬ ਦਾ ਕੀ ਹੋ ਰਿਹਾ, ਪੰਜਾਬ ਉਜੜ ਰਿਹਾ, ਪੰਜਾਬ ਮਰ ਰਿਹਾ, ਪੰਜਾਬ ਦੇ ਵਿੱਚ ਦਹਿਸ਼ਤ ਪੈਦਾ ਕਰ ਰਹੇ ਨੇ ਗੈਂਗਸਟਰ। ਉਹਨਾਂ ਨੇ ਕਦੇ ਵੀ ਕੈਨੇਡੀਅਨ ਸਰਕਾਰ ਨੂੰ ਮਜਬੂਰ ਨਹੀਂ ਕੀਤਾ ਕਿ ਜਿੱਥੇ ਉਹ ਬੰਦੇ ਤੇਰੇ ਕੋਲ ਜਿਹੜੇ 4 ਬੈਠੇ ਆ, ਜਿਹੜੇ ਪੰਜਾਬ ਦੇ ਵਿੱਚ ਖਤਰਾ ਬਣੇ ਹੋਏ ਆ, ਉਹਨੂੰ ਭਾਰਤ ਲੈ ਕੇ ਆਓ, ਇੱਥੇ ਆ ਕੇ ਉਹਨਾਂ ਨੂੰ ਜੇਲ੍ਹਾਂ 'ਚ ਸੁੱਟੋ, ਇੱਥੇ ਆ ਕੇ ਉਹਨਾਂ ਨਾਲ ਨਿਪਟੋ। ਇਹ ਭਾਰਤ ਸਰਕਾਰ ਕੀ ਕਰ ਰਹੀ ਹੈ ਇਸ ਮਾਮਲੇ 'ਚ? ਸਿਰਫ ਉਹਨਾਂ ਨੇ ਦਿੱਲੀ ਪੁਲਿਸ ਨੂੰ ਐਕਟਿਵ ਕੀਤਾ ਹੋਇਆ ਪੰਜਾਬ 'ਚ? ਨਹੀਂ, ਦੇਖੋ ਤੁਸੀਂ ਜੇ ਆਪਾਂ ਡਾਊਟ ਦੇ ਹਿਸਾਬ ਨਾਲ ਹੀ ਚੱਲਣਾ, ਜਾਂ ਜੇ ਕਿ ਜਿਹੜੀ ਆ ਕੇਂਦਰੀ ਸਰਕਾਰ ਕੋਈ ਵੀ ਆਵੇ ਉਹ ਪੰਜਾਬ ਦੇ ਵਿਰੁੱਧ ਆਏ, ਇੱਕ ਆਪਾਂ ਜੇ ਥੀਸਿਸ ਲੈ ਕੇ ਚੱਲਣਾ, ਫਿਰ ਤੇ ਤੁਹਾਡੀ ਗੱਲ ਠੀਕ ਹੈ। ਪਰ ਜੇ ਹੋਵੇ ਵੀ ਵਿਰੁੱਧ, ਆਪਾਂ ਫਿਰ ਰਹਿਣਾ ਤੇ ਸਰਕਾਰਾਂ ਦੇ ਵਿੱਚ ਹੀ ਹੈ, ਦੇਸ਼ ਦੇ ਵਿੱਚ ਹੀ ਰਹਿਣਾ, ਸਾਨੂੰ ਕੋਈ ਰਾਹ ਕੱਢਣਾ ਚਾਹੀਦਾ। ਰਾਹ ਇਹ ਹੈ ਕਿ ਸਾਡੀ ਆਪਣੀ ਸਰਕਾਰ, ਕੇਂਦਰ ਦੀ ਸਰਕਾਰ ਤੇ ਕਿੰਨਾ ਕੁ ਦਬਾਅ ਪਾਇਆ ਉਹਨਾਂ ਨੇ ਅੱਜ ਤੱਕ। ਉਹ ਤੁਹਾਡੀ ਗੱਲ ਥੋੜੀ ਸੁਣਨਗੇ, ਮੇਰੀ ਗੱਲ ਥੋੜੀ ਸੁਣਨਗੇ, ਬੋਲ ਕੇ ਅਸੀਂ ਚਲੇ ਜਾਾਂਗੇ, ਲੋਕ ਸੁਣ ਕੇ ਘਰੇ ਬੈਠੇ ਰਹਿਣਗੇ। ਸਰਕਾਰ ਟੂ ਸਰਕਾਰ ਇੱਕ ਹੈਗਾ ਆ, ਉਹਨਾਂ ਦਾ ਆਪਸੀ ਇੱਕ ਦਬਾਅ ਹੁੰਦਾ ਆ। ਕੇਜਰੀਵਾਲ ਉਹਨਾਂ ਦਾ ਉੱਥੇ ਬੈਠਾ ਸਭ ਤੋਂ ਤਕੜਾ ਬੰਦਾ, ਭੰਗੀਆਂ ਵਾਲੀ ਤੋਪ, ਉਹ ਜਾਂਦਾ ਕਿਉਂ ਨਹੀਂ? ਉਹ ਬੰਦੇ ਫੜਾਓ, ਸਾਡੇ ਉੱਥੇ ਪੰਜਾਬ ਦੇ ਵਿੱਚ ਸਾਡੀ ਪਹਿਲੀ ਇੱਕ ਆਜ਼ਾਦ ਸਰਕਾਰ ਬਣੀ ਆ, ਤਗੜੀ ਸਰਕਾਰ ਬਣੀ ਆ, ਅਸੀਂ ਉਹਦਾ ਰੌਲਾ ਪਾ ਕੇ ਦੂਜੀ ਜਗ੍ਹਾ ਤੇ ਸਰਕਾਰਾਂ ਬਣਾਉਣੀਆਂ, ਤੇ ਤੁਸੀਂ ਉੱਥੇ ਗੈਂਗਵਾਰ ਦੇ ਬਾਰ-ਬਾਰ ਵਾਰਨਿੰਗ ਆ ਰਹੀ ਹੈ, ਰੈੱਡ ਅਲਰਟ ਆ ਰਿਹਾ, ਤੁਸੀਂ ਬੰਦਾ ਦਿਓ ਸਾਨੂੰ। ਉਹਨਾਂ ਨੇ ਕਦੀ ਕੋਈ ਪ੍ਰੈਸ ਕਾਨਫਰੰਸ ਇਸ ਗੱਲ ਤੇ ਕੀਤੀ? ਕੇਜਰੀਵਾਲ ਨੇ ਦਿੱਲੀ 'ਚ ਬੈਠ ਕੇ ਹੋਰ ਤਮਾਸ਼ੇ ਤੇ ਬਥੇਰੇ ਕਰਦਾ ਫਿਰਦਾ ਉਹ, ਕਦੀ ਕੁਝ ਮੈਂ ਪੰਜਾਬ ਦਾ। ਪਰ ਆਪਾਂ ਸਿਰਫ ਜਿਹੜਾ ਹੈਗਾ, ਆਪਾਂ ਆਪਣੀ ਸਰਕਾਰ ਦੇ ਪਿੱਛੇ ਹੱਥ ਧੋ ਕੇ ਪਿੱਛੇ ਪਏ ਹੋਏ ਆ। ਉਹ ਨਹੀਂ, ਕੇਂਦਰ ਦੀ ਜਿਹੜੀ ਭੂਮਿਕਾ ਪੰਜਾਬ 'ਚ ਹੈਗੀ ਹੈ, ਜੇ ਉਹ ਨਹੀਂ ਕਰਦੇ, ਇੱਕ ਮਿੰਟ, ਉਹਦੇ ਤੇ ਕਿਉਂ ਨਹੀਂ ਗੱਲ ਕਰਦੇ? ਜੇ ਉਹ ਨਹੀਂ ਕਰਦੇ, ਪੰਜਾਬ ਦੇ ਲੋਕਾਂ ਨੂੰ ਲਿਜਾ ਕੇ ਘੇਰਾਬੰਦੀ ਕਰ ਦਿੱਲੀ ਦੀ ਸਰਕਾਰ ਦਾ, ਉਹ ਕਦੀ ਨਹੀਂ ਕਰਨਗੇ। ਉਹ ਵੀ ਰਲੇ ਹੋਏ ਆ ਨਾਲ, ਗੱਲਾਂ ਕੀ ਮਾਰਦੇ ਆ ਤੁਸੀਂ? ਤੇ ਆਪਾਂ ਕੀ ਕਰ ਰਹੇ ਹਾਂ? ਇੱਥੇ ਭਗਵੰਤ ਮਾਨ ਦੀ ਕੀ ਜ਼ਰੂਰਤ ਹੈ ਕਿ ਉਹ ਉੱਠ ਕੇ ਤੇ ਕੇਜਰੀਵਾਲ ਦੇ ਅੱਖ ਦੇ ਇਸ਼ਾਰੇ ਤੋਂ ਬਗੈਰ ਕੋਈ ਚਿੱਠੀ ਵੀ ਲਿਖ ਦੇ? ਇੱਥੇ ਰਗਬ ਚੱਡਾ ਬੈਠਾ ਉਹਦਾ ਏਜੰਟ। ਇਸ ਲਈ ਮੇਰੀ ਗੱਲ ਸਾਫ਼-ਸਾਫ਼ ਆ ਮਦਨਦੀਪ ਜੀ, ਜਦ ਤੱਕ ਪੰਜਾਬੀ ਆਪਣੀ ਸਰਕਾਰ ਆਪਣੇ ਬਲਬੂਤੇ ਨਹੀਂ ਚਲਾਉਣਾ ਸਿੱਖਦੇ, ਉਦੋਂ ਤੱਕ ਤੁਹਾਡੇ ਕਿਸੇ ਨੇ ਕੋਈ ਨਾ ਦਿੱਲੀ 'ਚ ਸੁਣਨਾ, ਨਾ ਕਿਤੇ। ਪੰਜਾਬ 'ਚ ਜਿਹੜੇ 92 ਐਮਐਲਏ ਬਣੇ ਆ, ਪੰਜਾਬ 'ਚ ਬਣੇ ਆ ਪ੍ਰੈਸ ਸਾਹਿਬ, ਔਰ ਟਾਈਮ ਸਮਾਪਤ ਹੋ ਗਿਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਮੇਰਾ ਖਿਆਲ ਹੈ ਕਿ ਸਾਡੀ ਗੱਲਬਾਤ ਤੋਂ ਸਾਨੂੰ ਸੁਣਨ ਵਾਲੇ ਸੰਤੁਸ਼ਟ ਹੋਣਗੇ। ਅਸੀਂ ਇਸ ਮੁੱਦੇ ਤੇ ਅੱਗੇ ਆ ਕੇ ਵੀ ਕਦੇ ਚਰਚਾ ਜ਼ਰੂਰ ਕਰਾਂਗੇ। ਤੁਸੀਂ ਸਾਡੇ ਨਾਲ ਬਣੇ ਰਹੇ, ਬਹੁਤ ਬਹੁਤ ਸ਼ੁਕਰੀਆ। ਓਕੇ ਸਰ। ਇਹ ਸੀ ਸਾਡਾ ਪ੍ਰੋਗਰਾਮ ਲੋਕ ਸੂਬਾ ਤੇ ਸਿਆਸਤ। ਅਸੀਂ ਪੰਜਾਬ ਦੇ ਅੰਦਰ ਜਿਹੜੀ ਗੈਂਗ ਦੀ ਦਹਿਸ਼ਤ ਹੈ, ਗੈਂਗਵਾਰ ਦੀ ਦਹਿਸ਼ਤ ਹੈ, ਉਹਦੇ ਤੇ ਗੱਲ ਕਰ ਰਹੇ ਸੀ, ਔਰ ਇਹ ਮੁੱਦਾ ਕਾਫੀ ਗੰਭੀਰ ਮੁੱਦਾ ਹੈ, ਔਰ ਇਹਦੇ ਤੇ ਜਾ ਕੇ ਅਸੀਂ ਅੱਗੇ ਵੀ ਚਰਚਾ ਕਰਦੇ ਰਹਾਂਗੇ। ਅੱਜ ਬਸ ਇੰਨਾ ਹੀ।